ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਇੰਤਜ਼ਾਰ ਕੀਤਾ ਜਾ ਰਿਹਾ ਸੀ, ਉਸ ਫੈਸਲੇ ਦਾ ਕਿ ਆਖਰ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੈਸਲਾ ਆਉਣ ਤੋਂ ਪਹਿਲਾਂ ਹੀ, ਪੂਰੀ ਜੱਜਮੈਂਟ ਆਉਣ ਤੋਂ ਪਹਿਲਾਂ ਹੀ ਆਪਣੀ ਨੌਕਰੀ ਛੱਡ ਦਿੱਤੀ ਸੇਵਾ ਮੁਕਤੀ ਤੋਂ ਪਹਿਲਾਂ, ਕੀ ਉਸ ਅਦਾਲਤੀ ਹੁਕਮ ਦੇ ਵਿੱਚ ਕਰੀਬ 99 ਪੇਜ ਦਾ ਜੱਜਮੈਂਟ ਆ ਔਰ ਜਿਹੜਾ ਕੋਟਕਪੂਰੇ ਕਾਂਡ ਸੀ ਉਹਨੂੰ ਲੈ ਕੇ ਕਾਫੀ ਸਵਾਲ ਖੜੇ ਕੀਤੇ ਜਾ ਰਹੇ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਵੱਲੋਂ। ਕਦੀ ਉਹ ਕਹਿ ਰਹੇ ਸੀ ਕਿ ਸਰਕਾਰ ਨੇ, ਵਕੀਲਾਂ ਨੇ ਸਪੋਰਟ ਨਹੀਂ ਕੀਤੀ, ਕਦੀ ਉਹ ਕਹਿ ਰਹੇ ਨੇ ਕਿ ਇਸ ਮਸਲੇ ਦੇ ਵਿੱਚ ਐਡਵੋਕੇਟ HS ਫੂਲਕਾ ਔਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਹੋਣਾ ਵੀ ਮਦਦ ਨਹੀਂ ਕੀਤੀ। ਪਰ ਹੁਣ ਜਿਹੜੀ 99 ਪੇਜ ਦੀ ਰਿਪੋਰਟ ਆਈ ਆ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਆ ਕਿ ਕਿਤੇ ਨਾ ਕਿਤੇ ਜਿਸ ਇਨਵੈਸਟੀਗੇਸ਼ਨ ਨੂੰ ਕੁੰਵਰ ਵਿਜੇ ਪ੍ਰਤਾਪ ਇਹ ਕਹਿੰਦੇ ਆ ਰਹੇ ਸੀ ਕਿ ਇੰਟਰਨੈਸ਼ਨਲ ਲੈਵਲ ਦੀ ਜਾਂਚ ਆ, ਇੱਦਾਂ ਦੀ ਜਾਂਚ ਹੁਣ ਤੱਕ ਦੇਸ਼ ਅੰਦਰ CBI ਵੀ ਨਹੀਂ ਕਰ ਪਾਈ। ਇਹ ਸਾਰੇ ਅਸੀਂ ਪਹਿਲੂ ਸਮਝਣ ਦੀ ਯਤਨ ਕਰਾਂਗੇ। ਇਸ ਸਮੇਂ ਸਾਡੇ ਨਾਲ ਨੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ। ਬੈਂਸ ਸਾਹਿਬ, 99 ਪੇਜ ਆ, 99 ਪੇਜਾਂ ਦੇ ਵਿੱਚ ਕਾਫੀ ਚੀਰਫਾੜ ਹੋਇਆ ਜੀ। ਪਹਿਲੀ ਗੱਲ ਹੈ ਕਿ ਬਤੌਰ ਮੁੱਖ ਮੰਤਰੀ ਸੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਵੀ ਕਲੀਨ ਚਿੱਟ ਦਿੱਤੀ ਗਈ ਹੈ ਤੇ ਨਾਲ ਇੱਦਾਂ ਦੀਆਂ ਟਿੱਪਣੀਆਂ ਨੇ ਅਦਾਲਤੀ ਫੈਸਲੇ ਦੇ ਵਿੱਚ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਕੁਰਸੀ ਦੀ ਵੀ ਉਹਨਾਂ ਨੇ ਮਰਿਆਦਾ ਭੰਗ ਕੀਤੀ। ਜੱਜਮੈਂਟ ਮੈਂ ਪਰਸਨਲੀ ਤਾਂ ਐਗਰੀ ਨਹੀਂ ਕਰਦਾ। ਜੱਜਮੈਂਟ ਕਾਨੂੰਨੀ ਨੁਕਤਿਆਂ ਤੇ ਆਈ ਹੈ, ਉਹ ਦੋਨੋਂ ਕਾਨੂੰਨੀ ਨੁਕਤਿਆਂ ਵਿੱਚ ਜੱਜ ਗਲਤ ਹੈ ਜੀ। ਹਾਲਾਂਕਿ ਜਿਹੜਾ ਕ੍ਰਿਟਿਸਿਜ਼ਮ ਕੁੰਵਰ ਵਿਜੇ ਪ੍ਰਤਾਪ ਸਿੰਘ ਕਰਦੇ ਸੀ ਉਹ ਵੀ ਵੈਲਿਡ ਨਹੀਂ ਹੈ ਜੀ, ਕਿਉਂਕਿ ਉਹਨਾਂ ਨੇ ਜਿਹੜੀ ਗੱਲਾਂ ਕੀਆਂ ਸੀ ਉਹ ਬੇਸਿਕਲੀ ਲਿਟਲ ਨੌਲੇਜ ਦਾ ਡੇਂਜਰਸ ਥਿੰਗ ਵਾਲੀ ਗੱਲ ਹੈ ਜੀ ਜੀ, ਕਿ ਸਿਵਲ ਰਿਟ ਪਟੀਸ਼ਨ ਨਹੀਂ ਹੋ ਸਕਦੀ, ਮੇਨਟੇਨੇਬਲ ਨਹੀਂ ਹੈ। ਇਹ ਗੱਲ ਨਹੀਂ ਹੈ। ਸਿਵਲ ਰਿਟ ਪਟੀਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕ੍ਰਿਮੀਨਲ ਕੇਸ ਨਹੀਂ ਆ ਸਕਦਾ। ਰਿਟ ਪਟੀਸ਼ਨ ਤਾਂ ਕਨਸਟੀਟਿਊਸ਼ਨਲ ਪਾਵਰ ਹੈ, ਉਹਦੇ 'ਚ ਕੋਈ ਸਿਵਲ ਕ੍ਰਿਮੀਨਲ ਦਾ ਕੋਈ ਡਿਸਟਿੰਕਸ਼ਨ ਨਹੀਂ ਹੈ। ਹਾਈ ਕੋਰਟ ਸਿਰਫ ਆਪਣੇ ਈਵਨ ਟਾਡਾ ਵੇਲੇ ਵੀ ਸਾਨੂੰ ਰਿਟ ਪਟੀਸ਼ਨ ਦੇ ਵਿੱਚ ਹੀ ਬੇਲਾਂ ਤੱਕ ਮਿਲ ਜਾਂਦੀਆਂ ਸੀ। ਇਹ ਬੜੀ ਵਾਸਟ ਪਾਵਰ ਹੈ ਤੇ ਇਸੇ ਕਰਕੇ ਇਹ ਪੁਆਇੰਟ ਕੋਰਟ ਨੇ ਐਕਸੈਪਟ ਨਹੀਂ ਕੀਤਾ। ਨਾ ਹੀ ਕਿਸੇ ਨੇ ਆਰੂ ਕੀਤਾ ਕਿ ਸਾਨੂੰ ਸਭ ਨੂੰ ਪਤਾ ਹੈ, ਇਹ ਪਤਾ ਨਹੀਂ ਕਿਉਂ ਰੇਜ਼ ਕਰ ਰਹੇ ਸੀ। ਦੂਸਰਾ ਇਹਨਾਂ ਨੇ ਕਿਹਾ ਕਿ ਸ਼ਾਰਟ ਆਰਡਰ ਜੱਜ ਨੇ ਪ੍ਰਨਾਊਂਸ ਕਰਤਾ, ਇਹ ਤਾਂ ਕਦੇ ਹੁੰਦਾ ਹੀ ਨਹੀਂ, ਬਟ ਇਹ ਰੂਟੀਨ ਹੈ। ਹੁਣ ਉਹ ਵਕੀਲ ਬਣ ਗਏ ਨੇ, ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਬਹੁਤ ਵਾਰੀ ਜਿੱਥੇ ਵੱਡੀ ਜੱਜਮੈਂਟ ਲਿਖਣੀ ਹੁੰਦੀ ਹੈ, ਆਰਗੂਮੈਂਟ ਸੁਣ ਕੇ ਜੱਜ ਸ਼ਾਰਟ ਆਰਡਰ ਲਿਖਾ ਦਿੰਦਾ ਤੇ ਰੀਜ਼ਨਸ ਫੋਲੋ। ਬਿਲਕੁਲ ਇੱਥੇ ਵੀ ਇੱਦਾਂ ਹੀ ਹੋਇਆ। ਉਹ ਤਾਂ ਜੇ ਬਹੁਤ 6 ਮਹੀਨੇ ਹੋ ਜਾਣ, 8 ਮਹੀਨੇ ਹੋਣ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਘੱਟੋ ਘੱਟ ਫਿਰ ਤੁਸੀਂ ਦੁਬਾਰਾ ਰੀਹੀਅਰਿੰਗ ਲਈ ਲਾਓ, ਕਿਉਂਕਿ ਤੁਸੀਂ ਭੁੱਲ ਜਾਂਦੇ ਹੋ। ਇਸ ਕੇਸ ਵਿੱਚ ਐਸਾ ਕੁਝ ਨਹੀਂ ਹੋਇਆ। ਰੀਜ਼ਨੇਬਲ ਟਾਈਮ ਦਾ 10-15 ਦਿਨਾਂ ਦੇ ਵਿੱਚ ਜੱਜਮੈਂਟ ਆ ਗਈ। ਉਹਨਾਂ ਨੇ 99 ਪੇਜ ਦੀ ਜੱਜਮੈਂਟ ਲਿਖਾਉਣੀ ਔਰ ਉਸ ਜੱਜ ਨੂੰ ਪਤਾ ਹੋਊਗਾ ਕਿ ਸੁਪਰੀਮ ਕੋਰਟ 'ਚ ਵੀ ਚੈਲੰਜ ਹੋ ਸਕਦਾ। ਹਾਂ, ਇਸ ਕਰਕੇ ਕੋਈ ਇਹ ਬਹੁਤ ਅਨਐਕਸਪੈਕਟਡ ਹੈ ਕਿ ਤੁਸੀਂ ਡਿਕਟੇਸ਼ਨ ਨਹੀਂ ਦੇ ਸਕਦੇ, ਇੰਨੀ ਲੰਬੀ ਡਿਕਟੇਸ਼ਨ ਕੋਰਟ ਦੇ ਵਿੱਚ। ਤਾਂ ਇਸ ਕਰਕੇ ਇਹ ਕ੍ਰਿਟਿਸਿਜ਼ਮ ਵੀ ਵੈਲਿਡ ਨਹੀਂ ਹੈਗਾ। ਫਿਰ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਮੈਨੂੰ ਸੁਣਿਆ ਨਹੀਂ ਮੈਰਿਟਸ 'ਤੇ। ਇਹਦੇ ਵਿੱਚ ਵੀ ਕੋਈ ਤੱਥ ਨਹੀਂ, ਕਿਉਂਕਿ ਹਾਈ ਕੋਰਟ ਦੇ ਸਾਹਮਣੇ ਮੈਰਿਟਸ ਦਾ ਕੋਈ ਟਰਾਇਲ ਤਾਂ ਹੈ ਨਹੀਂ, ਕੋਈ ਐਵੀਡੈਂਸ ਤਾਂ ਹੈ ਨਹੀਂ। ਹਾਈ ਕੋਰਟ ਨੇ ਤਾਂ ਦੇਖਿਆ ਨਾ ਸੀ ਬੋਨਾਫਾਈਡਸ, ਕਹਿੰਦੇ ਓਨੈਸਟੀ ਨਾਲ ਇਨਵੈਸਟੀਗੇਸ਼ਨ ਹੋਇਆ ਕਿ ਨਹੀਂ ਹੋਇਆ। ਉਹਨਾਂ ਨੇ ਬੇਸਿਕਲੀ ਕੁਝ ਕਾਨੂੰਨੀ ਸਵਾਲ ਉਠਾਏ ਸੀ। ਇੱਕ ਕਿਹਾ ਸੀ ਕਿ ਤੁਸੀਂ FIR ਕਿਉਂ ਦੂਜਾ ਕੀਤਾ, ਕਿਉਂਕਿ ਉਹੀ ਵਾਰਦਾਤ ਤੇ ਆਲਰੇਡੀ ਇੱਕ FIR ਆ, ਉੱਤੇ ਇੱਕ ਇਨਵੈਸਟੀਗੇਸ਼ਨ ਹੋ ਚੁੱਕਾ, ਤੁਸੀਂ ਦੁਬਾਰਾ ਕਿਉਂ ਕੀਤਾ। ਕਿਉਂਕਿ ਕੋਰਟ ਦੇ ਵਿੱਚ ਕਾਨੂੰਨ ਦੇ ਮੁਤਾਬਿਕ ਇਹ ਕਾਫੀ ਸੈਟਲਡ ਲਾਅ ਹੈ ਕਿ ਤੁਸੀਂ ਦੂਸਰਾ FIR ਨਹੀਂ ਕਰ ਸਕਦੇ ਸੇਮ ਇਵੈਂਟਸ 'ਤੇ, ਕਿਉਂਕਿ ਉਹਨੂੰ ਕਹਿੰਦੇ ਫਸਟ ਇਨਫੋਰਮੇਸ਼ਨ ਰਿਪੋਰਟ ਹੈ। ਤਾਂ ਕਰ ਸਕਦੇ ਹੋ ਜੇ ਉਹਦਾ ਵਰਸ਼ਨ ਬਿਲਕੁਲ ਕੰਟਰਰੀ ਹੋਵੇ। ਜਿੱਦਾਂ ਆਪਾਂ ਅਕਸਰ ਦੇਖਦੇ ਹਾਂ ਕਿ ਕਈ ਵਾਰੀ ਮੁਜਰਮ ਆਪ ਹੀ ਚਲਾਕੀ ਨਾਲ ਇੱਕ FIR ਦਰਜ ਕਰਾ ਦਿੰਦੇ ਆ, ਉਹਦੇ ਵਿੱਚ ਜਦੋਂ ਅਸਲੀ ਬੰਦਾ ਸਾਹਮਣੇ ਆਉਂਦਾ ਤਾਂ ਉਹ ਆਪਣਾ FIR ਲਿਖਾ ਸਕਦਾ। ਇਹਦੇ ਵਿੱਚ ਹਾਲਾਂਕਿ ਇਹ ਕੇਸ ਸੀ ਜਿੱਥੇ ਕਾਉਂਟਰੀ ਵਰਸ਼ਨ ਸੀ, ਜਿੱਥੇ ਇੱਕ ਵਰਸ਼ਨ ਸੀ ਪਹਿਲਾਂ ਪੁਲਿਸ ਦਾ ਵਰਸ਼ਨ ਕਿ ਉਹਨਾਂ 'ਤੇ ਅਟੈਕ ਹੋਇਆ, ਕਰਾਊਡ ਨੇ ਕੀਤਾ ਤੇ ਉਹਨਾਂ ਨੂੰ ਸੱਟਾਂ ਲੱਗੀਆਂ, ਤਾਂ 100 ਉਹਨਾਂ ਨੇ ਆਪਣਾ ਇੱਕ FIR ਦਰਜ ਕਰਤਾ। 3 ਸਾਲ ਬਾਅਦ ਠੀਕ ਹੈ, ਬਹੁਤ ਡਿਲੇਡ ਹੈ, ਇੱਕ ਅਜੀਤ ਸਿੰਘ ਆਇਆ, ਉਹਨੇ ਆਪਣਾ ਵਰਸ਼ਨ ਕਰਤਾ ਕਿ ਦੇਖੋ ਇਹਨਾਂ ਨੇ ਆਮ ਸ਼ਾਂਤਮਈ ਬੈਠੇ ਬੰਦਿਆਂ 'ਤੇ ਸਿੱਧੀਆਂ ਗੋਲੀਆਂ ਚਲਾਈਆਂ। ਇਹ ਬਿਲਕੁਲ ਕਾਊਂਟਰ ਵਰਸ਼ਨ ਸੀ ਤੇ ਇਹ ਹੋ ਸਕਦਾ ਸੀ, ਮਗਰ ਜੱਜ ਨੇ ਉਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਲਿਖਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਨਵੈਸਟੀਗੇਸ਼ਨ ਰਿਕਾਰਡ ਦੇ ਹਿਸਾਬ 'ਤੇ ਕਿਹਾ ਕਿ ਤੁਸੀਂ ਤਾਂ ਆਪ ਇਹਨੂੰ ਕਾਊਂਟਰ ਵਰਸ਼ਨ ਨਹੀਂ ਮੰਨਦੇ, ਤੇ ਇਸ ਕਰਕੇ ਜੋ ਸਟੇਟ ਇਹਨੂੰ ਕਾਊਂਟਰ ਨਹੀਂ ਮੰਨਦੀ ਤਾਂ ਫਿਰ ਤੁਸੀਂ ਕਿਵੇਂ ਦੂਜਾ FIR ਦਰਜ ਕਰਤਾ। ਕਿਉਂਕਿ ਕਲੀਅਰ ਕਾਨੂੰਨ ਹੈ ਕਿ ਤੁਸੀਂ ਦੂਜਾ FIR ਨਹੀਂ ਕਰ ਸਕਦੇ ਅਨਲੈਸ ਉਹ ਬਿਲਕੁਲ ਅਲੱਗ ਵਰਸ਼ਨ ਹੋਵੇ। ਹੁਣ ਇਸ ਕੇਸ ਵਿੱਚ ਵਰਸ਼ਨ ਅਲੱਗ ਹੈ। ਇੰਨੀ ਗੱਲ ਹੈ ਹਾਈ ਕੋਰਟ ਦੇ ਜੱਜ ਨੇ ਗਲਤ ਕੀਤੀ ਹੈ ਕਿ ਉਹਨੇ ਦੋਨੋਂ FIR ਪੜ੍ਹਨੇ ਚਾਹੀਦੇ ਸੀ। ਤੁਹਾਨੂੰ ਕੁੰਵਰ ਵਿਜੇ ਪ੍ਰਤਾਪ ਦੀ ਇਨਵੈਸਟੀਗੇਸ਼ਨ 'ਤੇ ਕਿਉਂ ਸਹਾਰਾ ਲੈਣਾ ਪਿਆ,
ਕਿਉਂਕਿ ਸਿੱਧੀ ਗੱਲ ਸੀ ਕਿ FIR ਦੇ ਦੋਨੋਂ ਦੇਖੋ ਤਾਂ ਬਿਲਕੁਲ ਅਲੱਗ ਵਰਸ਼ਨ ਦਿੰਦੇ ਨੇ, ਇੱਕ ਪਾਸੇ ਪੁਲਿਸ ਵਾਲਾ ਆਪਣਾ ਵਰਸ਼ਨ ਹੈ, ਇੱਕ ਪਾਸੇ ਦੂਜਾ, ਦੋਨੋਂ ਅਲੱਗ ਹੋ ਸਕਦੇ ਨੇ। ਮਤਲਬ ਜਿਹੜੀ ਐਵੀਡੈਂਸ ਹੈ ਜਾਂ ਜਿਹੜਾ SIT ਦੀ ਪੂਰੀ ਇਹਨਾਂ ਨੇ ਜ਼ਿੰਮੇਵਾਰੀ ਨਿਭਾਈ ਹੈ ਕੁੰਵਰ ਵਿਜੇ ਪ੍ਰਤਾਪ ਨੇ, ਬਹੁਤ ਜ਼ਿਆਦਾ ਗ੍ਰੇ ਏਰੀਆ ਛੱਡ ਚੁੱਕੇ ਹੈਗੇ ਨੇ ਔਰ ਬਹੁਤ ਜ਼ਿਆਦਾ ਐਵੀਡੈਂਸ ਪ੍ਰੂਵ ਨਹੀਂ ਕਰ ਪਏ। ਇਹ ਜੱਜ ਸਾਹਿਬ ਨੇ ਕਿਹਾ ਹੈ, ਹਾਂ, ਜੋ ਰਿਪੋਰਟ ਦੇ ਵਿੱਚ ਔਰ ਜਜਮੈਂਟ ਦੇ ਵਿੱਚ ਕਿਹਾ, ਮਗਰ ਇਕੁਅਲੀ ਟਰੂ ਹੈ ਕਿ ਹੁਣ ਇੰਨਾ ਐਕਸਪੀਰੀਅੰਸ ਪੁਲਿਸ ਆਫਸਰ ਇੰਨੀ ਛੋਟੀ ਜਿਹੀ ਗੱਲ ਜਿਹੜਾ ਕਿ ਸੈਟਲ ਲਾਅ ਹੈ ਉਹਨੂੰ ਆਪਣੇ ਰਿਕਾਰਡ ਵਿੱਚ ਕਿਉਂ ਉਲਟ ਕਹਿ ਰਿਹਾ ਕਿ ਇਹ ਕਾਊਂਟਰ ਵਰਸ਼ਨ ਨਹੀਂ ਹੈ। ਜੱਜ ਨੇ ਉਹਦਾ ਫਾਇਦਾ ਲਿਆ ਹੈ। ਹਾਲਾਂਕਿ ਇਹ ਕਲੀਅਰ ਹੈ ਕਿ ਜੇ ਤੁਸੀਂ FIR ਦੋਨੋਂ ਪੜ੍ਹ ਲਓ ਤਾਂ ਅਲੱਗ-ਅਲੱਗ ਵਰਸ਼ਨ ਹੈ। ਤਾਂ ਜੱਜ ਸਾਹਿਬ ਦੀ ਜਿਹੜੀ ਇਹ ਫਾਈਂਡਿੰਗ ਹੈ ਕਿ ਇਹ ਇੱਕ ਸਟੇਟ ਆਪ ਹੀ ਕਹਿ ਰਹੀ ਹੈ ਕਿ ਕਾਊਂਟਰ ਵਰਸ਼ਨ ਨਹੀਂ ਹੈ, ਇਸ ਕਰਕੇ ਮੈਂ ਇਹਨੂੰ ਕਾਊਂਟਰ ਵਰਸ਼ਨ ਨਹੀਂ ਮੰਨਦਾ, ਤਾਂ ਸੇਮ FIR ਇਸ ਕਰਕੇ ਦੂਜਾ FIR ਨਹੀਂ ਸੀ ਹੋਣਾ ਚਾਹੀਦਾ। ਇਹ ਉਹਨਾਂ ਨੇ ਇੱਕ ਗਰਾਊਂਡ ਲਈ ਹੈ। ਜੱਜ ਵੀ ਗਲਤ ਹੈ, ਬਟ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਲਕੂਨਾ ਛੱਡ ਕੇ ਉਹਨਾਂ ਨੂੰ ਬੜੀ ਮਦਦ ਦਿੱਤੀ ਹੈ ਤਾਂ ਕਿ ਉਹ ਫਾਈਂਡਿੰਗ ਦੇ ਸਕਣ। ਇਸੇ ਤਰ੍ਹਾਂ ਉਹਨਾਂ ਨੇ ਜਦੋਂ ਕਿਹਾ ਕਿ ਮੇਰੀ ਟੀਮ ਨੇ ਜਾਂ ਐਡਵੋਕੇਟ ਜਨਰਲ ਨੇ ਜਾਂ ਮੇਰੇ ਜਿਹੜੇ ਸਰਕਾਰੀ ਵਕੀਲ ਹੈ, ਐਡੇ ਵੱਡੇ ਵਕੀਲ ਹੈ, ਸਿਧਾਰਥ ਲੋਥਰਾ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਤੋਂ ਆਉਂਦੇ ਸੀ, ਤੇ ਉਹਨਾਂ ਨੇ ਠੀਕ ਬਹਿਸ ਨਹੀਂ ਕੀਤੀ। ਹੁਣ ਉਹਨਾਂ ਦੇ ਆਰਗੂਮੈਂਟਸ ਮੈਂ ਵੀ ਪੜ੍ਹੀਆਂ, ਰਾਦਰ ਉਹਨਾਂ ਨੇ ਐਡਵਾਂਸ ਆਰਗੂਮੈਂਟਸ ਕੰਪਲੇਨੈਂਟ ਦੇ ਵਕੀਲ ਨੂੰ ਦਿੱਤੀਆਂ ਸੀ, ਮੈਨੂੰ ਉਹਦੇ 'ਚ ਕੋਈ ਲਕੂਨਾ ਨਜ਼ਰ ਨਹੀਂ ਸੀ ਆਇਆ, ਕਿਉਂਕਿ ਅਲਟੀਮੇਟਲੀ ਜਿਹੜੇ ਮੇਜਰ ਆਰਗੂਮੈਂਟਸ ਉਹਨਾਂ ਦੇ ਕੰਡਕਟ 'ਤੇ ਹੋਈਆਂ, ਮੇਜਰ ਆਰਗੂਮੈਂਟ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਜਿਹੜੇ ਇਨਵੈਸਟੀਗੇਸ਼ਨ ਰਿਕਾਰਡ 'ਤੇ ਹੋਈਆਂ, ਮੇਜਰ ਆਰਗੂਮੈਂਟਸ ਤਾਂ ਐਸੇ ਰਿਕਾਰਡ ਤੇ ਜਿਹਦੇ ਖਿਲਾਫ ਕੋਈ ਆਰਗੂਮੈਂਟ ਨਹੀਂ ਹੁੰਦੇ, ਉਹ ਫੈਕਟਸ ਸੀ। ਉਹ ਫੈਕਟਸ ਤਾਂ ਹੁਣ ਉਹਨਾਂ ਨੇ ਜੋ ਕਰਤੇ ਹੁਣ ਉਹਨਾਂ ਵਿੱਚ ਉਹਨਾਂ ਨੇ ਜਿਹੜੀਆਂ ਲਕੂਨੇ ਛੱਡੇ ਆ ਉਹ ਸੋਚ ਸਮਝ ਕੇ ਛੱਡੇ ਆ, ਜਾਂ ਇਨਐਡਵਰਟੈਂਟਲੀ ਛੱਡੇ ਗਏ, ਜਾਂ ਇਨਕੰਪੀਟੈਂਸ ਨਾਲ ਛੱਡੇ ਗਏ, ਜਾਂ ਪੋਲੀਟੀਕਲ ਕਾਰਨਾਂ ਨਾਲ ਛੱਡੇ ਗਏ, ਇਹ ਉਹ ਜਾਣਦੇ ਨੇ। ਪਰ ਇਹ ਜਵਾਬ ਜਾਂ ਉਹ ਦੇ ਸਕਦਾ ਜਾਂ ਉਹਨਾਂ ਦਾ ਵਕੀਲ ਦੇ ਸਕਦਾ, ਕੋਈ ਹੋਰ ਨਹੀਂ ਦੇ ਸਕਦਾ। ਔਰ ਉਹਨਾਂ ਦਾ ਵਕੀਲ ਵੀ ਇਹਨੂੰ ਚੇਂਜ ਨਹੀਂ ਕਰ ਸਕਦਾ। ਜਦੋਂ ਉਹ ਕਹਿੰਦੇ ਆ ਕਿ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਰਰੈਲੇਵੈਂਟ ਚੀਜ਼ਾਂ ਇੰਟਰੋਡਿਊਸ ਕੀਤੀਆਂ, ਤੁਸੀਂ ਰਾਮ ਰਹੀਮ, ਤੁਸੀਂ ਪੁਰਾਣੀ ਗੱਲਾਂ, ਤੁਸੀਂ ਅਕਸ਼ੇ ਕੁਮਾਰ ਦੀ ਇੰਟਰਵਿਊ ਫਲਾਂ ਧਮਕਾ, ਤਾਂ ਉਹ ਇੰਟਰੋਡਿਊਸ ਤਾਂ ਇਹਨਾਂ ਨੇ ਆਪ ਕੀਤੀਆਂ। ਹੁਣ ਉਹਦਾ ਬਲੇਮ ਆਪਣੇ ਵਕੀਲਾਂ 'ਤੇ ਪਹੁੰਚਾਉਣਾ ਜਾਂ ਉਹਨਾਂ ਨੂੰ ਕਹਿਣਾ ਜਾਂ ਇਵਨ ਕੋਰਟ ਨੂੰ ਕਹਿਣਾ, ਇਟ ਇਜ਼ ਡਿਫਿਕਲਟ ਟੂ, ਥੱਲੇ ਤਾਂ ਉਤਰਦਾ ਨਹੀਂ। ਮਤਲਬ ਐਡਵੋਕੇਟ ਜਨਰਲ ਟੀਮ ਦੀ ਛੁੱਟੀ ਕਰਕੇ ਕੁੰਵਰ ਵਿਜੇ ਪ੍ਰਤਾਪ ਨੂੰ ਐਡਵੋਕੇਟ ਜਨਰਲ ਲਾ ਸਕਦੀ ਪੰਜਾਬ ਸਰਕਾਰ ਨੇ, ਜਿਹੜੇ ਕਹਿ ਰਹੇ ਕਿ ਮੇਰਾ ਜਿਹੜਾ ਕੇਸ ਹੈ ਵਕੀਲਾਂ ਨੇ ਚੰਗੀ ਤਰ੍ਹਾਂ ਪ੍ਰੋਸੀਡ ਕੀਤਾ। ਇਹ ਟਾਈਮ ਉਦੋਂ ਨਹੀਂ ਹੁੰਦਾ, ਤੁਹਾਨੂੰ ਰਿਪਰੈਜ਼ੈਂਟ ਕਰ ਰਹੇ ਜਗ੍ਹਾ ਹਰ ਇੰਨੇ ਦਿਨਾਂ ਦੀ ਹੀਅਰਿੰਗ ਚੱਲੀ, ਇੰਨੇ ਮਹੀਨੇ ਕੇਸ ਚੱਲਿਆ, ਉਸ ਵੇਲੇ ਤੁਹਾਨੂੰ ਜ਼ਿਆਦਾਤਰ ਰਿਕਾਰਡ 'ਤੇ ਲਿਖਦੇ ਕਿ ਆਈ ਡੋਂਟ ਵਾਂਟ, ਮੈਂ ਸਰਕਾਰੀ ਵਕੀਲਾਂ ਦਾ ਜ਼ੀਨ ਨਹੀਂ ਕਰਦਾ, ਮੈਂ ਆਪਣਾ ਵਕੀਲ ਅਲੱਗ ਕਰਨਾ ਚਾਹੁੰਦਾ। ਇਹ ਬਾਈ ਨੇਮ ਪਾਰਟੀ ਹੈ, ਇਹ ਆਪਣਾ ਵਕੀਲ ਅਲੱਗ ਕਰ ਸਕਦੇ ਸੀ, ਇਹਨਾਂ ਨੇ ਆਪਣਾ ਵਕੀਲ ਨਹੀਂ ਕੀਤਾ। ਅਲਟੀਮੇਟਲੀ ਸਰਕਾਰ ਨੇ ਇਹਨਾਂ ਨੂੰ ਡਿਫੈਂਡ ਕੀਤਾ ਔਰ ਇਹਨਾਂ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ। ਤਾਂ ਉਸ ਵੇਲੇ ਤਾਂ ਇੰਨੀ ਤਾਂ ਚਾਹੀਦੀ ਹੈ ਨਾ ਤੁਹਾਡੀ ਕਹਿ ਲਓ ਡਿਗਨਿਟੀ, ਕਿ ਤੁਸੀਂ ਫਿਰ ਜਿਹੜਾ ਵੀ ਤੁਸੀਂ ਐਕਸੈਪਟ ਕਰ ਰਹੇ ਹੋ ਫਿਰ ਉੱਤੇ ਡਾਊਟ ਤਾਂ ਨਾ ਕ੍ਰੀਏਟ ਕਰੋ ਉਦੋਂ ਜਦੋਂ ਰਿਜ਼ਲਟ ਹੋ ਚੁੱਕਿਆ ਹੋਵੇ। ਤੁਸੀਂ ਠੀਕ ਟਾਈਮ 'ਤੇ ਕਹਿੰਦੇ ਕਿ ਲਾਇਰ ਬਹੁਤ ਜ਼ਿਆਦਾ ਕੰਪੀਟੈਂਟ ਨਹੀਂ ਹੈ ਤਾਂ ਇਹਨਾਂ ਨੂੰ ਬਦਲ ਲੈਣਾ, ਤੁਹਾਡੇ ਕੋਲ ਆਪਣੀ ਆਜ਼ਾਦੀ ਸੀ, ਤੁਸੀਂ ਸੈਪਰੇਟ ਲਾਇਰ ਕਰ ਸਕਦੇ ਸੀ, ਕਿਉਂਕਿ ਬਾਈ ਨੇਮ ਤੁਸੀਂ ਪਾਰਟੀ ਹੋ। ਜਦੋਂ ਸਭ ਕੁਝ ਹੋ ਗਿਆ ਉਦੋਂ ਫਿਰ ਜਜਮੈਂਟ ਤੁਹਾਨੂੰ ਲੱਗਦਾ ਸੀ ਕਿ ਤੁਹਾਡੇ ਖਿਲਾਫ ਆਏਗੀ, ਉਦੋਂ ਕਹਿਣਾ ਕਿ ਮੇਰੇ ਵਕੀਲਾਂ ਨੇ ਗਲਤੀ ਕਰਤੀ, ਬਟ ਵਕੀਲਾਂ ਦੀ ਕੋਈ ਗਲਤੀ ਨਹੀਂ ਹੈ, ਕਿਉਂਕਿ ਅਲਟੀਮੇਟਲੀ ਬਿਲਕੁਲ ਲਾਅ ਪੁਆਇੰਟਸ 'ਤੇ ਹੋਇਆ। ਉਹਨਾਂ ਨੇ ਵਕੀਲਾਂ ਨੂੰ ਤੇ ਇਹ SIT ਟੀਮ ਹੀ ਆ ਕੇ ਦੱਸਦੀ ਹੋਗੀ ਨਾ, ਕੇਸ ਪੂਰਾ ਉਹੀ ਦੱਸਦੀ ਹੋਗੀ, ਵਕੀਲ ਦੇ ਅੱਗੇ ਬਹਿਸ ਹੀ ਕਰਦੇ ਨਾ ਜੀ, ਐਵੀਡੈਂਸ ਤੇ SIT ਨੇ ਦੇਣੇ। ਮੈਂ ਸਿਰਫ ਇੱਕ ਗੱਲ ਨਾਲ ਉਹਨਾਂ ਐਗਰੀ ਕਰਦਾ ਕਿ ਵਕੀਲਾਂ ਨੇ ਫੀਸ ਬਹੁਤ ਜ਼ਿਆਦਾ ਲਈ, ਪਬਲਿਕ ਸੈਕਟਰ ਨੂੰ ਬਹੁਤ ਨੁਕਸਾਨ ਹੋਇਆ। ਇੰਨੇ ਕੰਪੀਟੈਂਟ ਲਾਇਰ ਚੰਡੀਗੜ੍ਹ 'ਚ ਅਵੇਲੇਬਲ ਸੀ, ਤੁਸੀਂ ਉਹਨਾਂ ਨੂੰ ਕਰ ਸਕਦੇ ਸੀ, ਤੁਸੀਂ ਉਸ ਤੋਂ ਬਾਵਜੂਦ ਦਿੱਲੀ ਜਾ ਕੇ ਕਰ ਰਹੇ ਹੋ ਵਕੀਲ, ਉਹਨਾਂ ਨੂੰ 5 ਸਟਾਰ ਹੋਟਲਾਂ ਵਿੱਚ ਠਹਿਰਾ ਰਹੇ ਹੋ, ਔਰ ਫਿਰ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਕੁਝ ਕੀਤਾ ਨਹੀਂ। ਇਹ ਦੋਨੋਂ ਗੱਲਾਂ ਕਿੰਨੀਆਂ ਕੰਟਰਾਡਿਕਟਰੀ ਹੈ। ਸਰ ਇੱਕ ਜਿਹੜਾ ਮਸਲਾ ਕਿ ਜਿਹੜਾ ਰਿਸਪੌਂਡੈਂਟ ਨੰਬਰ 3 ਕੁੰਵਰ ਵਿਜੇ ਪ੍ਰਤਾਪ, ਉਹ ADG ਪ੍ਰਬੋਧ ਕੁਮਾਰ ਤੋਂ ਜੂਨੀਅਰ ਸੀ, ਕਲੈਕਟਿਵ ਨਹੀਂ ਸੀ, ਟੀਮ ਲੀਡਰ ਨਹੀਂ ਸੀ, ਮੀਡੀਆ 'ਚ ਬਹੁਤ ਜ਼ਿਆਦਾ ਗਏ ਨੇ, ਉਹ ਤੁਹਾਨੂੰ ਲੱਗਦਾ ਕਿ ਇਹ ਵੀ ਗਰਾਊਂਡ ਹੈ ਜੀ ਟੈਕਨੀਕਲ ਤੌਰ 'ਤੇ? ਬਹੁਤ ਵੱਡੀ ਗਰਾਊਂਡ ਹੈ। ਦੇਖੋ ਤੁਸੀਂ ਸੋਚੋ ਕਿ ਟ੍ਰਾਇਲ ਜੱਜ ਕੇਸ ਕਰ ਰਿਹਾ ਤੇ ਹਰ 30 ਦਿਨ ਮੀਡੀਆ ਵਿੱਚ ਜਾ ਕੇ ਕਹੇ ਕਿ ਇਹ ਮੁਜਰਮ ਵਾਕਈ ਗਲਤ ਹੈ ਫਲਾਣਾ, ਕੋਈ ਸੋਚਿਆ ਕੋਈ ਜੱਜ ਖਾਰਿਜ ਜਾਂਦਾ? ਤਾਂ ਜਦੋਂ ਤੁਸੀਂ ਇਨਵੈਸਟੀਗੇਟ ਕਰ ਰਹੇ ਹੋ ਤੁਸੀਂ ਬਿਲਕੁਲ ਜੱਜ ਦੀ ਹੈਸੀਅਤ ਤੋਂ ਚੁਣਦੇ ਹੋ, ਤੁਸੀਂ ਐਵੀਡੈਂਸ ਇਕੱਠਾ ਕਰਨਾ, ਤੁਸੀਂ ਆਪਣੀ ਓਪੀਨੀਅਨ ਐਂਡ ਵਿੱਚ ਬਣਾਉਣੀ ਹੈ, ਤੁਸੀਂ ਕਦੀ ਲੋਕਾਂ ਨੂੰ ਨਹੀਂ ਦੱਸਣਾ ਓਪੀਨੀਅਨ, ਕਿਉਂਕਿ ਉਹਦੇ ਨਾਲ ਇਨਵੈਸਟੀਗੇਸ਼ਨ ਹੈਂਪਰ ਹੁੰਦੀ ਹੈ, ਤੁਸੀਂ ਪ੍ਰੈਸ ਵਿੱਚ ਨਹੀਂ ਜਾਣਾ ਹੁੰਦਾ। ਇਹ ਤਾਂ ਤੁਸੀਂ ਇਲੈਕਸ਼ਨ ਦੇ ਦੌਰਾਨ ਮਾਡਲ ਕੋਰਟ ਦੇ ਕੰਡਕਟ ਦੇ ਤੁਸੀਂ ਇੰਟਰਵਿਊ ਦੇ ਰਹੇ ਹੋ, ਔਰ ਇੰਨਾ ਜ਼ਿਆਦਾ ਤਾਂ ਹੁਣ ਇੰਨਾ ਐਕਸਪੀਰੀਅੰਸ ਬੰਦੇ ਨੂੰ ਜੇ ਇੰਨਾ ਵੀ ਨਹੀਂ ਪਤਾ ਕਿ ਇੰਨਾ ਇੰਪੋਰਟੈਂਟ ਕੇਸ ਵਿੱਚ ਤੁਸੀਂ ਉਹਨੂੰ ਅੰਡਰਮਾਈਨ ਨਹੀਂ ਕਰਨਾ, ਹੁਣ ਉਹੀ ਗਰਾਊਂਡ ਬਣ ਗਿਆ। ਇਹਦਾ ਮਤਲਬ ਤੁਸੀਂ ਕਿਉਂ ਕੀਤਾ? ਤੁਹਾਨੂੰ ਇਹ ਤਾਂ ਹੋ ਨਹੀਂ ਸਕਦਾ ਤੁਸੀਂ ਇਗਨੋਰੈਂਟ ਹੋ, ਬੱਚੇ ਨਹੀਂ ਹੋ, ਕੱਲ੍ਹ ਦੇ ਅੱਜ ਅਫਸਰ ਬਣੇ ਹੋ ਤਾਂ ਤੁਹਾਨੂੰ ਪਤਾ ਨਹੀਂ, ਇੰਨੇ ਐਕਸਪੀਰੀਅੰਸ ਅਫਸਰ ਨੂੰ ਇੰਨੀ ਸੈਂਸਿਟਿਵ ਇਨਵੈਸਟੀਗੇਸ਼ਨ ਇੰਟਰਸਟ ਹੋਈ ਹੈ, ਪਰਸਨਲੀ ਚੀਫ ਮਿਨਿਸਟਰ ਨੇ ਇੰਟਰਸਟ ਕੀਤਾ ਹੈ, ਐਡੀ ਵੱਡੀ ਟੀਮ ਬਣਾਈ ਹੈ, ਤੁਹਾਨੂੰ ਇੰਨੀ ਵੱਡੀ ਆਨਰ ਦਿੱਤਾ ਹੈ ਜਾਂ ਰਿਸਪੌਂਸਿਬਿਲਿਟੀ ਦਿੱਤੀ ਹੈ, ਉਸ ਤੋਂ ਬਾਅਦ ਤੁਸੀਂ ਉਹਨੂੰ ਅੰਡਰਮਾਈਨ ਕਰੋ ਉਸ ਵੇਲੇ
ਜਦੋਂ ਇਲੈਕਸ਼ਨ ਕੋਡ ਆਫ ਕੰਡਕਟ ਹੋਵੇ, ਜਦੋਂ ਇਲੈਕਸ਼ਨ ਕਮਿਸ਼ਨ ਨੇ ਫਿਰ ਉਹੀ ਬਹਾਨਾ ਬਣਾ ਕੇ ਤੁਹਾਨੂੰ ਰਿਮੂਵ ਕੀਤਾ, ਫਿਰ ਸਰਕਾਰ ਨੇ ਨਹੀਂ ਮੰਨਿਆ। ਔਰ ਇਹ ਨਾ ਤਾਂ ਇੰਨੀ ਸਰਕਾਰ ਇਨੋਸੈਂਟ ਹੈ, ਕਲੀਅਰਲੀ ਇਹ ਇੰਟੈਂਸ਼ਨ ਹੈ, ਇਹ ਮੋਡਸ ਸਪਲੈਂਡਿੰਗ ਹੁੰਦਾ ਸਾਰਿਆਂ ਦਾ ਹੀ। ਇੱਦਾਂ ਹੀ ਕੀਤਾ ਸੀ ਇਹਨਾਂ ਨੇ 84 ਦੇ ਸਾਰੇ ਕੇਸ ਕਿਵੇਂ ਖਤਮ ਕੀਤੇ ਗਏ, ਕਮਿਸ਼ਨ ਆਫਟਰ ਕਮਿਸ਼ਨ। ਪਹਿਲਾਂ ਤੁਸੀਂ ਕਮਿਸ਼ਨ ਬਣਾਉਂਦੇ ਰਹੋ, ਫਿਰ ਤੁਸੀਂ ਅਲੱਗ-ਅਲੱਗ SIT ਬਣਾ ਦਿਓ, ਫਿਰ ਤੁਸੀਂ SIT ਦੇ ਵਿੱਚ ਕੋਰਟ ਦੇ ਵਿੱਚ ਕੋਈ ਸਟੇ ਲੈ ਲਓ, ਤਾਂ ਇੱਦਾਂ ਚੱਲੀ ਜਾਂਦਾ। ਇੱਦਾਂ ਹੀ ਜਿੱਦਾਂ ਫੇਕ ਐਨਕਾਊਂਟਰ ਦੇ ਕੇਸ ਅਸੀਂ ਕੀਤੇ ਹੈ, 16 ਸਾਲ ਸਟੇ ਰਿਹਾ, ਉੱਥੇ ਵੀ ਇਹੀ ਮੋਡਸ ਆਪਰੈਂਡੀ ਹੈ ਕਿ ਤੁਸੀਂ ਪਹਿਲਾਂ ਇਨਵੈਸਟੀਗੇਸ਼ਨ ਲਕੂਨੇ ਛੱਡ ਦਿਓ, ਉਹਨਾਂ ਲਕੂਨਿਆਂ ਤੋਂ ਜਿਹੜੇ ਅਕਿਊਜ਼ਡ ਪੁਲਿਸ ਆਫਿਸਰ ਹੈ ਉਹ ਜਾ ਕੇ ਕੋਰਟ ਵਿੱਚ ਸਟੇ ਲੈ ਲੈਂਦੇ ਨੇ, ਫਿਰ ਸਟੇ ਕਈ ਸਾਲ ਚੱਲਦਾ ਰਹਿੰਦਾ ਔਰ ਇਸ ਤਰ੍ਹਾਂ ਕੰਪਲੇਨੈਂਟ ਜਾਂ ਵਿਕਟਿਮ ਸਫਰ ਕਰਦਾ ਹੈ। ਅਸੀਂ ਤਾਂ ਇਹ ਬਹੁਤ ਦੇਰ ਤੋਂ ਦੇਖ ਰਹੇ ਹਾਂ ਮੈਥਡ। ਇਹ ਇਹਨਾਂ ਨੇ ਇਸ ਵਾਰ ਦੇਖਿਆ ਹੋਇਆ ਕਿਉਂਕਿ IPS ਆਫਿਸਰ ਨਾਰਮਲੀ IO ਨਹੀਂ ਹੁੰਦੇ ਐਂਡ ਨਾ ਹੀ ਉਹਨਾਂ ਨੂੰ ਕੋਰਟ ਦਾ ਤਜਰਬਾ ਹੁੰਦਾ, ਅਤੇ ਇਸ ਕਰਕੇ ਇਹਨਾਂ ਨੂੰ ਬੜਾ ਲੱਗਦਾ ਕਿ ਵਕੀਲ ਤੁਹਾਡੀ ਸੁਣਦੇ ਨਹੀਂ, ਕੋਰਟ ਤੁਹਾਡੀ ਸੁਣਦੇ ਨਹੀਂ। ਬਟ ਇਹ ਆਰਡੀਨਰੀ ਤਰੀਕਾ ਹੈ ਇਸ ਮੁਲਕ ਵਿੱਚ ਇਨਸਾਫ ਦਾ, ਔਰ ਇਹ ਉਹੀ ਜਾਣਦੇ ਨੇ ਜਿਨ੍ਹਾਂ ਨੇ ਪਰਸਿਊ ਕਰਕੇ ਕੇਸ ਪੁਲਿਸ ਅਫਸਰ ਨੂੰ ਸਜ਼ਾ ਦਵਾਈ ਹੈ। ਜਿਨ੍ਹਾਂ ਨੂੰ ਇਹ ਅਕਿਊਜ਼ ਕਰ ਰਹੇ ਨੇ ਨਾ, ਉਹਨਾਂ ਨੇ ਬਹੁਤ ਕੇਸਾਂ ਵਿੱਚ ਸਜ਼ਾ ਦਵਾ ਚੁੱਕੇ ਨੇ। ਕੁਲਤਾਰ ਸਿੰਘ ਨੂੰ ਸਾਨੂੰ 16 ਸਾਲ ਫੋਲੋ ਕਰਨਾ ਪਿਆ ਸੀ, ਔਰ ਜਦੋਂ ਸਾਰੀ ਸਰਕਾਰ ਸਾਡੇ ਖਿਲਾਫ ਸੀ। ਇਹਨਾਂ ਦੇ ਨਾਲ ਤਾਂ ਪੂਰੀ ਸਰਕਾਰ ਹੈ, ਪੂਰੀ ਮਸ਼ੀਨਰੀ ਹੈ। ਇੰਨੀ ਮਸ਼ੀਨਰੀ ਦੇ ਬਾਵਜੂਦ ਜੇ ਤੁਸੀਂ ਪ੍ਰੋਪਰਲੀ ਇੱਕ ਟੀਮ ਨਹੀਂ ਕੌਂਸਟੀਟਿਊਟ ਕਰ ਸਕਦੇ ਐਂਡ ਪ੍ਰੋਪਰਲੀ ਡਿਫੈਂਡ ਨਹੀਂ ਕਰ ਸਕਦੇ ਔਰ ਇੰਨਾ ਘਬਰਾ ਜਾਓ ਔਰ ਇੰਨੀ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਹਲੇ ਅਪੀਲ ਜਾਰੀ ਹੈ, ਇਹ ਕੋਈ ਫਾਈਨਲ ਨਹੀਂ ਹੈ। ਉਹਨਾਂ ਨੇ ਸਿਰਫ ਇਨਵੈਸਟੀਗੇਸ਼ਨ ਖਤਮ ਕੀਤਾ, ਉਹਨਾਂ ਨੇ ਕੋਈ ਕੇਸ ਤਾਂ ਖਤਮ ਨਹੀਂ ਕੀਤਾ। 8-6 FIR ਹੈ, ਉਹਨਾਂ ਨੇ ਇੱਕ FIR ਕੀਤਾ ਕਿ ਤੁਸੀਂ ਦੂਜਾ ਨਹੀਂ ਕਰ ਸਕਦੇ, ਬਾਕੀ ਸਾਰੀ ਗੱਲਾਂ ਓਪਨ ਹੈ। ਇੰਨੀ ਜਲਦੀ ਮਹਿਸੂਸ ਕਰਦੇ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਨੇ ਰੈਕਟ ਕੀਤਾ ਹੈਗਾ ਕਿ ਉਹਨੂੰ ਲੱਗਦਾ ਕਿ ਮੇਰੇ ਤੋਂ ਵੱਧ ਕੋਈ ਇੰਟੈਲੀਜੈਂਟ ਨਹੀਂ ਹੈਗਾ, ਔਰ ਇਹ ਜਿਹੜੀ ਰਿਪੋਰਟ ਹੈ, ਜਿਹੜੀ ਜੱਜਮੈਂਟ ਲਿਖਾਈ ਗਈ 89 ਪੇਜ ਦੀ, ਉਹਦੇ ਜਿਸ ਹਿਸਾਬ ਦੇ ਨਾਲ ਪੜ੍ਹਿਆ ਸਮਝਿਆ ਜਾਂਦਾ, ਉਸ ਸਮੇਂ ਸੁਪਰੀਮ ਕੋਰਟ ਨੇ ਵੀ ਚੱਕ ਕੇ ਮੂੰਹ ਤੇ ਮਾਰਨੀ ਹੈਗੀ ਸੀ, ਤੇ ਫਿਰ ਕੀ ਹਾਈ ਕੋਰਟ ਦਾ ਜੱਜ ਵੀ ਰੈਜਿਗਨੇਸ਼ਨ ਦਊਗਾ ਜੀ? ਨਹੀਂ, ਨਾਲੇ ਨਾ ਜਜਮੈਂਟ ਵਿੱਚ ਵੈਸੇ ਇੱਕ ਹੋਰ ਬੜਾ ਵੱਡਾ ਲਕੂਨਾ ਜੀ। ਜਜਮੈਂਟ ਨੇ ਕਨਕਲੂਜਨ ਨੇ ਕੀਤਾ ਹੈ ਕਿ ਜਿਹੜਾ ਸੀ ਨਾ ਕਿ ਇਹਦੇ ਵਿੱਚ ਜਿਹੜਾ ਸਟੈਂਡ ਆਫ ਦਾ ਪ੍ਰੋਸੀਕਿਊਸ਼ਨ ਹੈ ਕਿ ਜੀ ਪੀਸਫੁਲ ਪ੍ਰੋਟੈਸਟਰ ਬੈਠੇ ਸੀ ਤੇ ਪੁਲਿਸ ਨੇ ਘੇਰ ਕੇ ਉਹਨਾਂ ਤੇ ਫਾਇਰਿੰਗ ਕੀਤੀ, ਤੇ ਇਹ ਗਲਤ ਹੈ। ਕਿਉਂਕਿ ਕਹਿੰਦਾ ਕਿ ਮੈਂ ਤਾਂ ਤੁਹਾਨੂੰ ਵੀਡੀਓ ਐਵੀਡੈਂਸ CCTV ਐਵੀਡੈਂਸ ਦਾ ਜਿਹੜਾ ਉਹ ਇਹਨਾਂ ਨੇ ਬਣਾਇਆ ਹੈ, ਉਹ ਜਿਸ ਤੋਂ ਹੀ ਪਤਾ ਲੱਗਦਾ ਕਿ ਇਹ ਵਰਸ਼ਨ ਗਲਤ ਹੈ, ਉਹ ਜਿਸ ਜੱਜ ਸਾਹਿਬ ਨੇ ਪ੍ਰੋਡਿਊਸ ਕੀਤਾ ਹੈ। ਪਰ ਜੇ ਤੁਸੀਂ ਜਿਸਟ ਪੜ੍ਹੋ ਤੇ ਉਹ ਪ੍ਰੋਸੀਕਿਊਸ਼ਨ ਕੇਸ ਨੂੰ ਸਪੋਰਟ ਕਰਦਾ, ਜੱਜ ਸਾਹਿਬ ਦੇ ਕਨਕਲੂਜਨ ਨੂੰ ਨਹੀਂ ਸਪੋਰਟ ਕਰਦਾ, ਕਿਉਂਕਿ ਉਹ ਆਪ ਹੀ ਕਹਿ ਰਹੇ ਕਿ ਪਹਿਲਾਂ ਉਹ ਪੂਰਾ 20 ਮਿੰਟ ਦਾ 25 ਮਿੰਟ ਦਾ CCTV ਕੈਮਰੇਜ਼ ਹੈ, ਉਹਦੇ ਵਿੱਚ ਪਹਿਲਾਂ ਪੁਲਿਸ ਘੇਰ ਰਹੀ ਹੈ। ਸਵੇਰੇ ਜੋ ਬੰਦੇ ਲੋਕ ਉੱਠੇ ਆ, ਹਲੇ ਸਨਰਾਈਜ਼ ਹੋਇਆ ਹੈ, ਅਤੇ ਤੁਸੀਂ ਪਹਿਲਾਂ ਘੇਰਿਆ ਉਹਨਾਂ ਨੂੰ, ਫਿਰ ਪ੍ਰੋਟੈਸਟਰ ਹਲੇ ਬੈਠੇ ਸਾਫ਼ ਦਿਖ ਰਿਹਾ ਹੈ, ਅਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਗੱਲਾਂ ਕਰਦੇ ਹੋ, ਪਰਪਲ ਵਗੈਰਾ ਨੂੰ ਉਹਨਾਂ ਨੂੰ ਕੋਸ਼ਿਸ਼ ਕਰਦੇ ਹੋ, ਕੁਛ ਕਰਦੇ ਹੋ, ਫਿਰ ਅਲਟੀਮੇਟਲੀ ਤੁਸੀਂ ਬਿਨਾਂ ਕਾਰਨ ਉਹ ਲਿਆਉਂਦੇ ਹੋ, ਵਜਰਾ ਲਿਆਉਂਦੇ ਹੋ, ਵਾਟਰ ਕੈਨਨ ਲਿਆਉਂਦੇ ਹੋ, ਜਿਹੜਾ ਘੇਰਾ ਹੈ ਹੋਰ ਹੌਲੀ ਕਰਦੇ ਆਉਂਦੇ ਹੋ। ਹਾਲੇ ਤੱਕ ਕੋਈ ਪ੍ਰੋਟੈਸਟ ਨਹੀਂ ਸ਼ੁਰੂ ਹੋਈ, ਕੁਛ ਨਹੀਂ ਕੀਤਾ। ਫਿਰ ਤੁਸੀਂ ਉਹਨੂੰ ਘੜੀਸਣ ਦੀ ਕੋਸ਼ਿਸ਼ ਕਰਦੇ ਹੋ, ਪਹਿਲਾਂ ਵਾਟਰ ਸਿੱਟਣ ਦੀ ਕੋਸ਼ਿਸ਼ ਕਰਦੇ ਹੋ, ਲੋਕ ਡਿਸਪਰਸ ਹੋ ਜਾਂਦੇ ਆ, ਫਿਰ ਤੁਸੀਂ ਪਲਪ੍ਰੀਤ ਨੂੰ ਉਹਨਾਂ ਦੇ ਲੀਡਰ ਨੂੰ ਘੜੀਸ ਕੇ ਲੈ ਕੇ ਜਾ ਰਹੇ ਹੋ, ਕੁਛ ਲੋਕ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਉੱਤੇ ਸੌ ਜਾਂਦੇ ਨੇ। ਉਸ ਤੋਂ ਬਾਅਦ ਤੁਸੀਂ ਲਾਠੀ ਚਾਰਜ ਕਰਨ ਲੱਗ ਪੈਂਦੇ ਹੋ। ਲਾਠੀ ਚਾਰਜ ਕਰਨ ਤੋਂ ਬਾਅਦ ਪਹਿਲੀ ਵਾਰੀ ਲੋਕਾਂ ਨੇ ਪੱਥਰ ਚੁੱਕੇ। ਜੇ ਤੁਸੀਂ ਇੰਨਾ ਪ੍ਰਵੋਕ ਕਰੋਗੇ ਫਿਰ ਤੁਸੀਂ ਫਾਇਰਿੰਗ ਕਰਤੀ। ਅਤੇ ਜੱਜ ਸਾਹਿਬ ਦਾ ਇਹ ਕਨਕਲੂਜਨ ਬਿਲਕੁਲ ਠੀਕ ਨਹੀਂ ਹੈ ਕਿ ਪ੍ਰੋਸੀਕਿਊਸ਼ਨ ਕੇਸ ਵੀਡੀਓ ਐਵੀਡੈਂਸ ਦੇ ਖਿਲਾਫ ਹੈ। ਇਸ ਦੇ ਵਿੱਚ ਤਾਂ ਜਜਮੈਂਟ ਗਲਤ ਹੈ, ਬਟ ਜਜਮੈਂਟ ਗਲਤ ਹੋਵੇ ਤਾਂ ਇਹ ਥੋੜ੍ਹੀ ਕਿ ਤੁਸੀਂ ਜੱਜ ਦੀ ਇਮਾਨਦਾਰੀ 'ਤੇ ਕੁਐਸਚਨ ਕਰੋ ਜਾਂ ਵਕੀਲ ਦੀ ਇਮਾਨਦਾਰੀ 'ਤੇ ਕੁਐਸਚਨ ਕਰੋ ਜਾਂ ਉਹਨਾਂ ਦੇ ਹਾਰਡ ਵਰਕ 'ਤੇ ਕੁਐਸਚਨ ਕਰੋ। ਜਜਮੈਂਟ ਗਲਤ ਦਾ ਮਤਲਬ ਹੈ ਕਿ ਤੁਸੀਂ ਇਮੀਡੀਏਟਲੀ ਨੈਕਸਟ ਹਾਇਰ ਕੋਰਟ 'ਤੇ ਅਪੀਲ ਕਰੋ, ਔਰ ਜਿੱਥੇ ਪਾਵਰਫੁਲ ਲੋਕ ਇਨਵੋਲਵਡ ਹੈ ਉੱਥੇ ਮਲਟੀਪਲ ਅਪੀਲਸ ਕਰਨੀਆਂ ਪੈਂਦੀਆਂ, ਉੱਥੇ ਮਲਟੀਪਲ ਕੋਰਟਸ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਆ, ਉੱਥੇ ਤੁਹਾਨੂੰ ਆਪਟੀਮਿਜ਼ਮ ਰੱਖਣਾ ਹੀ ਪੈਂਦਾ ਹੈ। ਇਹ ਨਹੀਂ ਹੈ ਕਿ ਤੁਸੀਂ ਸੋਚਦੇ ਕਿ ਇੱਕ ਜੱਜ ਨੇ ਕਰਤਾ ਤਾਂ ਇਹ ਜਜਮੈਂਟ ਹੋਰ ਵੀ ਕਈ ਮੁੱਦਿਆਂ 'ਤੇ ਗਲਤ ਹੈ। ਅੱਛਾ, ਇੱਕ ਹੋਰ ਹੈ ਕਿ ਜਿਹੜੇ 13 ਪੁਲਿਸ ਵਾਲੇ ਜ਼ਖਮੀ ਹੋਏ ਉਹਨਾਂ ਦੇ ਵੀ ਬਿਆਨ ਨਹੀਂ ਰਿਕਾਰਡ ਕੀਤੇ ਗਏ ਜੀ? ਬਿਲਕੁਲ। ਇਹ ਜਦੋਂ ਸੀ ਉਹਨਾਂ ਦਾ ਇੱਕ ਵੱਡਾ ਸੀ ਕਿ ਜਿਹੜੀ ਇੰਪਾਰਸ਼ਲ ਇਨਵੈਸਟੀਗੇਸ਼ਨ ਨਹੀਂ ਹੋਈ, ਕਿਉਂਕਿ ਕੰਪਲੇਨੈਂਟ ਅਸੀਂ ਵੀ ਇਹ ਕਹਿੰਦੇ ਸੀ ਕਿ ਇੰਪਾਰਸ਼ਲ ਹੋਣੀ ਚਾਹੀਦੀ ਹੈ, ਪਹਿਲਾਂ ਇੰਪਾਰਸ਼ਲ ਨਹੀਂ ਹੋਈ। ਇੰਪਾਰਸ਼ਲ ਇਨਵੈਸਟੀਗੇਸ਼ਨ ਦਾ ਮਤਲਬ ਇਹੀ ਹੁੰਦਾ ਹੈ ਕਿ ਤੁਸੀਂ ਘੱਟੋ ਘੱਟ ਨਾ ਤਾਂ ਗਲਤ ਬੰਦਿਆਂ ਨੂੰ ਫਸਾਉਣ ਦੀ ਕੋਸ਼ਿਸ਼ ਕਰੋ, ਨਾ ਹੀ ਕੋਈ ਇਨੋਸੈਂਟ ਬੰਦੇ ਨੂੰ ਫਸਾਓ, ਅਤੇ ਨਾ ਹੀ ਕੋਈ ਜਾਣ ਕੇ, ਨਾ ਹੀ ਤੁਸੀਂ ਗਿਲਟੀ ਨੂੰ ਛੱਡ ਦਿਓ। ਹੁਣ ਇਹਦੇ ਵਿੱਚ ਇਹਨਾਂ ਨੇ, ਜੇ ਆਪਾਂ ਪਹਿਲਾਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇਖੀਏ ਤਾਂ ਵਾਕਿਆ ਹੀ ਕੁਝ ਬੰਦਿਆਂ ਨੂੰ ਛੱਡਿਆ ਗਿਆ ਹੈ ਇਨਵੈਸਟੀਗੇਸ਼ਨ ਦੇ ਵਿੱਚ, ਤਾਂ ਉਸ ਹਿਸਾਬ ਨਾਲ ਤਾਂ ਕੰਪਲੇਨੈਂਟ ਵੀ ਖੁਸ਼ ਨਹੀਂ, ਕਿਉਂਕਿ ਬਹੁਤ ਵਾਰੀ ਇਹ ਵਰਸ਼ਨ ਆਇਆ ਹੈ ਕਿ SSP ਨੂੰ ਡਾਇਰੈਕਸ਼ਨਾਂ ਤਾਂ ਉਸ ਵੇਲੇ ਦੇ DGP ਦੇ ਰਹੇ ਸੀ, ਅਤੇ ਜੇ ਉਸ ਵੇਲੇ DGP ਉਹਨਾਂ ਦਾ ਨਾਮ ਕਿੱਥੇ ਹੈ? ਅਤੇ ਇਸ ਕਰਕੇ ਸਾਨੂੰ ਵੀ ਡਾਊਟ ਹੈ
ਕਿ ਇਨਵੈਸਟੀਗੇਸ਼ਨ ਉੱਦਾਂ ਨਹੀਂ ਹੋਈ ਜਿੱਦਾਂ ਹੋਣੀ ਚਾਹੀਦੀ ਸੀ। ਬਹੁਤ ਇੰਪੋਰਟੈਂਟ ਬੰਦੇ ਛੱਡ ਦਿੱਤੇ ਗਏ ਨੇ ਜਿਨ੍ਹਾਂ ਨੇ ਡਾਇਰੈਕਟ ਆਰਡਰ ਦਿੱਤੇ ਆ ਫਾਇਰਿੰਗ ਕਰਨ ਦੇ, ਔਰ ਚਾਹੁੰਦੇ ਸੀ ਕੁਛ ਨਾ ਕੁਛ ਹੋਵੇ। ਪੀਸਫੁਲ ਪ੍ਰੋਟੈਸਟਰ ਤਾਂ ਪਾਰਟ ਆਫ ਦਾ ਰਿਕਾਰਡ ਵੀ ਹੈਗਾ, ਇਹਨਾਂ ਦੇ ਕੇਸ ਦਾ ਰਿਕਾਰਡ ਹੈ, ਉਹ ਤਾਂ ਜੱਜ ਦਾ ਕਨਕਲੂਜਨ ਗਲਤ ਹੈ, ਮਗਰ ਕਲੀਅਰਲੀ ਇੰਪੋਰਟੈਂਟ ਮੁਜਰਮਾਂ ਨੂੰ ਮੁਜਰਮ ਨਹੀਂ ਬਣਾਇਆ ਗਿਆ। ਮਤਲਬ ਕੁੰਵਰ ਵਿਜੇ ਪ੍ਰਤਾਪ ਨੌਕਰੀ ਛੱਡ ਕੇ ਆਪਣੇ ਆਪ 'ਚ ਇਮਾਨਦਾਰ ਘੋਸ਼ਿਤ ਕਰਵਾ ਗਿਆ, ਸੈਲਫ ਮੇਡ। ਜਿਹੜੀ ਕੁੰਵਰ ਵਿਜੇ ਪ੍ਰਤਾਪ ਦਾ ਹੁਣ ਸਾਡਾ ਕੋਲੀਗ ਹੀ ਬਣ ਗਿਆ, ਹੁਣ ਲਾਇਰ ਬਣ ਗਿਆ, ਬੜੀ ਅੱਛੀ ਡਿਸਪਲਿਨਰੀ ਕਮੇਟੀ ਦਾ ਮੈਂਬਰ ਵੀ ਬਣ ਗਿਆ ਜੀ। ਸੋ ਇਸ ਕਰਕੇ ਹੁਣ ਇਹ ਦੇਖੋ ਇਹਦੇ ਥੋੜੇ ਜਿਹੀ ਪਾਵਰ ਪਲੇ ਹੈ। ਨਾਰਮਲੀ ਡਿਸਪਲਿਨਰੀ ਕਮੇਟੀ ਦਾ ਪਾਵਰ ਕੌਣ ਬਣਦਾ ਹੈ? ਕੁੰਵਰ ਵਿਜੇ ਪ੍ਰਤਾਪ ਦੀ ਅਲਟੀਮੇਟਲੀ ਦੇਖੋ ਕੁਛ ਹੁੰਦੇ ਆ ਸਿੱਧੇ ਬਦਨਾਮ ਆਫਿਸਰ, ਜਿੱਦਾਂ ਉਹ ਨਾ ਪੋਲਿਟਿਕਸ ਨਹੀਂ ਖੇਲ ਸਕਦੇ। ਤੁਹਾਨੂੰ ਪੋਲਿਟਿਕਸ ਵਿੱਚ ਖੂਬਸੂਰਤੀ ਹੈ ਕਿ ਤੁਹਾਡਾ ਇਮੇਜ ਹੋਵੇ ਅਲੱਗ ਅਤੇ ਕੰਮ ਤੁਸੀਂ ਅਲੱਗ ਕਰੋ, ਫਿਰ ਤੁਸੀਂ ਯੂਜ਼ਫੁਲ ਹੁੰਦੇ ਹੋ। ਅਤੇ ਕੁੰਵਰ ਵਿਜੇ ਪ੍ਰਤਾਪ ਹੁਣ ਜੀ ਜਿੱਦਾਂ ਜਿੰਨਾ ਪਰਸਨ ਦਾ ਮੈਂ ਬਿਲਕੁਲ ਨਹੀਂ ਜਾਣਦਾ ਉਹਨਾਂ ਨੂੰ, ਬਟ ਕੁਛ ਜਿੰਨੇ ਕੇਸਾਂ ਵਿੱਚ ਇਨਕਾਊਂਟਰ ਹੋਏ ਆ। ਅੰਮ੍ਰਿਤਸਰ ਦਾ ਬਹੁਤ ਵਾਰੀ ਇੱਕ ਕੇਸ ਹੋਇਆ ਸੀ ਸਿਟੀ ਸਕੈਮ, ਜਿੱਥੇ ਸਰਬਜੀਤ ਸਿੰਘ ਰਾਜੂ ਕੁੜੀਆਂ ਦਾ ਬਲਾਤਕਾਰ ਵਗੈਰਾ ਤਾਂ ਅਸੀਂ ਪਰਸਿਊ ਕੀਤਾ ਸੀ ਕੇਸ ਬੜਾ। ਜਿਹੜੇ ਐਸਐਸਪੀ ਨੇ ਉਹਨਾਂ ਨੂੰ ਕੇਸ ਦਰਜ ਕਰਵਾਇਆ, ਤਾਂ ਜਿਹੜੇ ਇੰਸਪੈਕਟਰ ਨੇ ਇਨਵੈਸਟੀਗੇਟ ਕੀਤਾ ਤਾਂ ਅਰੈਸਟ ਕੀਤਾ, ਉਹ ਇੰਟਰਨੈਸ਼ਨਲ ਬੰਦਾ ਸੀ, ਕਾਂਗਰਸ ਵਿੱਚ ਵੇਲੇ ਦਾ ਰਾਜ ਸੀ, ਉਦੋਂ ਵੀ ਕਾਂਗਰਸ ਪਾਰਟੀ ਸੀ। ਉਹਨਾਂ ਨੂੰ ਇਮੀਡੀਏਟਲੀ ਉਹਨਾਂ ਨੇ ਇਮੀਡੀਏਟ ਟ੍ਰਾਂਸਫਰ ਕਰਾ ਦਿੱਤਾ, ਅਤੇ ਇਨਵੈਸਟੀਗੇਸ਼ਨ ਕਿਹਨੂੰ ਹੈਂਡਓਵਰ ਕੀਤਾ ਸੀ ਉਸ ਵੇਲੇ ਸਰਕਾਰ ਨੇ ਵੀ? ਕੁੰਵਰ ਵਿਜੇ ਪ੍ਰਤਾਪ ਨੂੰ। ਫਿਰ ਸਾਨੂੰ ਹਾਈ ਕੋਰਟ ਤੋਂ ਟ੍ਰਾਂਸਫਰ ਕਰਾਉਣਾ ਪਿਆ ਸੀ ਸੀਬੀਆਈ ਕੋਲ। ਸੀਬੀਆਈ ਨੇ ਚਲਾਨ ਪੇਸ਼ ਕੀਤਾ। ਹੋਰ ਗੱਲ ਹੈ ਕਿ ਫਾਈਨਲੀ ਉਹ ਲੜਕੀਆਂ ਹੀ ਮੁੱਕਰ ਗਈਆਂ, ਉਹਨਾਂ ਨੂੰ ਇਹਨਾਂ ਨੇ ਬਹੁਤ ਪੈਸੇ ਦੇ ਦਿੱਤੇ, ਤਾਂ ਉਹ ਉਹਨਾਂ ਨੇ ਕਿਉਂਕਿ ਉਹ ਸੈਕਸ਼ੂਅਲ ਕੁੰਵਰ ਵਿਜੇ ਪ੍ਰਤਾਪ ਕਾਂਗਰਸ ਪਾਰਟੀ ਦਾ ਕਾਫੀ ਪਿਆਰਾ ਆਫਿਸਰ ਹੈ ਉਸ ਵੇਲੇ ਵੀ। ਹਾਂ, ਮੈਂ ਮਤਲਬ ਉਸ ਇੱਕ ਉਹ ਲੇਟਕ ਹੁੰਦਾ ਹੈ, ਉਸ ਵੇਲੇ ਵੀ ਅਸੀਂ ਖੁਸ਼ ਹੋਏ ਸੀ ਕਿ ਹੀ ਹੈਜ਼ ਅ ਵੈਰੀ ਕਲੀਨ ਇਮੇਜ ਐਂਡ ਦੇਅਰ ਫੋਰ ਪਰਹੈਪਸ ਹੀ ਵਿਲ ਡੂ ਦਾ ਥਿੰਗ। ਬਟ ਉਸ ਵੇਲੇ ਵੀ ਹਾਈ ਕੋਰਟ ਨੇ ਸੀਬੀਆਈ 'ਤੇ ਜ਼ਿਆਦਾ ਟਰਸਟ ਕੀਤਾ ਸੀ, ਇਹਨਾਂ 'ਤੇ ਘੱਟ ਟਰਸਟ ਕੀਤਾ ਸੀ। ਅਤੇ ਇਸ ਕੇਸ ਪੁਲਿਸ ਪ੍ਰੈਸ਼ਰ 'ਚ ਰਹਿੰਦੀ ਹੈ। ਪ੍ਰੈਸ਼ਰ ਵਿੱਚ ਗੱਲ ਨਹੀਂ ਹੈ ਕਿ ਹੁਣ ਅਲਟੀਮੇਟਲੀ ਸਾਡੇ ਵਿੱਚ ਵੀ ਜਿੱਦਾਂ ਸਰਟਨ ਆਫਿਸਰ ਕਾਂਗਰਸ ਗਵਰਨਮੈਂਟ ਟਰਸਟ ਕਰਦੀ ਹੈ, ਸਰਟਨ ਆਫਿਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਟਰਸਟ ਕਰਦਾ ਜਿਹੜਾ ਸਰਕਾਰ 'ਚ ਹੁੰਦਾ, ਅਤੇ ਪੁਲਿਸ ਵਾਕਿਆ ਹੀ ਕੁਛ ਇਹੋ ਜਿਹੀ ਡਿਵਾਈਡ ਹੋ ਚੁੱਕੀ ਹੈ। ਮਗਰ ਯੂਜ਼ਫੁਲ ਆਫਿਸਰ ਕੌਣ ਹੁੰਦੇ ਆ? ਜਿਹੜੇ ਕਿ ਪਬਲਿਕ ਵੀ ਟਰਸਟ ਕਰੇ ਤਾਂ ਉਹ ਕੰਮ ਵੀ ਸਰਕਾਰ ਦਾ ਕਰਨ ਜੋ ਸਰਕਾਰ ਚਾਹੁੰਦੀ ਹੈ। ਬੇਸਿਕਲੀ ਇੰਪਾਰਸ਼ਲ ਇਨਵੈਸਟੀਗੇਸ਼ਨ ਉਹ ਵੀ ਨਾ ਕਰਨ। ਅਲਟੀਮੇਟਲੀ ਸੱਚਾਈ ਲੱਭਣੀ ਹੁੰਦੀ ਹੈ, ਨਾ ਕਿ ਲੋਕਾਂ ਨੂੰ ਖੁਸ਼ ਕਰਨਾ ਹੁੰਦਾ, ਨਾ ਕਿ ਚੀਫ ਮਿਨਿਸਟਰ ਨੂੰ ਖੁਸ਼ ਕਰਨਾ ਹੁੰਦਾ। ਤੁਸੀਂ ਸੱਚਾਈ ਲੱਭ ਕੇ ਇਨਸਾਫ ਕਰਾਉਣਾ ਹੁੰਦਾ ਕੋਰਟਾਂ। ਕਾਫੀ ਰਹਿ ਗਏ ਲੂਪ ਰਹਿ ਗਏ ਜੀ ਐਸਆਈਟੀ ਦੇ ਵਿੱਚ, ਜਿਸ ਹਿਸਾਬ ਨਾਲ ਜੱਜ ਸਾਹਿਬ ਵੱਲੋਂ ਜੱਜਮੈਂਟ ਲਿਖਵਾਈ ਗਈ, ਤੁਸੀਂ ਫੀਲ ਕਰਦੇ ਕਿ ਬਹੁਤ ਜ਼ਿਆਦਾ ਕਮੀਆਂ ਰਹਿ ਗਈਆਂ? ਨਹੀਂ, ਬਿਲਕੁਲ ਬਿਲਕੁਲ, ਕਿਉਂਕਿ ਤੁਸੀਂ ਮੌਕਾ ਦਿੱਤਾ। ਕਿਉਂਕਿ ਜਿਹੜੇ ਲਕੂਨੇ ਛੱਡੇ ਗਏ ਆ ਉਹ ਐਕਸਪੀਰੀਅੰਸ ਪੁਲਿਸ ਅਫਸਰ ਕਦੀ ਛੱਡਦਾ ਨਹੀਂ ਹੁੰਦਾ। ਤੁਸੀਂ ਇੰਨੇ ਲਕੂਨੇ ਛੱਡਤੇ ਤਾਂ ਕਿ ਉਹਨਾਂ ਨੂੰ ਮੌਕਾ ਮਿਲਿਆ ਕੇਸ ਦਰਜ ਕਰਨ ਦਾ, ਫਾਈਲ ਕਰਨ ਦਾ ਪਟੀਸ਼ਨ, ਅਤੇ ਜੱਜ ਸਾਹਿਬ ਨੂੰ ਮੌਕਾ ਮਿਲਿਆ ਇੰਟਰਫੇਅਰ ਕਰਨ ਦਾ। ਹਾਲਾਂਕਿ ਇਨਵੈਸਟੀਗੇਸ਼ਨ ਵਿੱਚ ਉਸ ਵੇਲੇ ਇੰਟਰਫੇਅਰ ਕਰਨਾ ਬਿਲਕੁਲ ਬੰਦ ਹੀ ਨਹੀਂ ਸੀ ਗੱਲ। ਆਲਰੇਡੀ 2 ਜੱਜਾਂ ਨੇ ਦੇਖ ਚੁੱਕਿਆ ਸੀ, ਜਜਮੈਂਟ ਆ ਚੁੱਕੀ ਹੈ, 4 ਰਿਟਾਂ ਇਹਨਾਂ ਨੇ ਫਾਈਲ ਕੀਤੀਆਂ ਸਿਮਿਲਰ ਗਰਾਊਂਡਸ 'ਤੇ। ਸਿਮਿਲਰ ਗਰਾਊਂਡਸ ਕੀ ਜੀ ਸੀਬੀਆਈ ਕੋਲ ਜਾਣੀ ਚਾਹੀਦੀ ਹੈ, ਇਹੀ ਹੌਲੇ ਵੀ ਸੀਬੀਆਈ ਮੰਨਦੇ, ਉਦੋਂ ਵੀ ਸੀਬੀਆਈ ਮੰਨ ਰਹੇ ਸੀ। ਜਸਟਿਸ ਰਾਜ ਗੁਪਤਾ ਨੇ ਡਿਸਮਿਸ ਕੀਤੀਆਂ। ਉਸ ਤੋਂ ਬਾਅਦ ਮਾਮਲਾ ਇੱਕ ਸਿੰਗਲ ਜੱਜ ਕੋਲ ਗਿਆ, ਕਿਸੇ ਹੋਰ ਪੁਲਿਸ ਅਫਸਰ ਨੇ ਕੀਤਾ। ਉਹੋ ਜਿਹੀਆਂ ਡਿਫਰੈਂਟ ਗਰਾਊਂਡਸ ਕਰਕੇ ਉਹ ਇਹਨਾਂ ਨੇ ਨਵੀਂ ਪਟੀਸ਼ਨ ਪਾ ਦਿੱਤੀ। ਤਾਂ ਪ੍ਰੋਪਰਾਈਟੀ ਡਿਮਾਂਡ ਕਰਦੇ ਸੀ ਕਿ ਜੱਜ ਸਾਹਿਬ ਨੇ ਐਂਟਰਟੇਨ ਕਰਦਾ ਤਾਂ ਘੱਟੋ ਘੱਟ ਰਿਕਮੈਂਡ ਕਰਦੇ ਕਿ 2 ਜੱਜਾਂ ਜਾਂ 3 ਜੱਜਾਂ ਦਾ ਬੈਂਚ ਬਣਦਾ। ਸਿੰਗਲ ਜੱਜ ਨੂੰ ਇੰਨੀ ਵੱਡਾ ਇਨਵੈਸਟੀਗੇਸ਼ਨ ਨੂੰ ਖਤਮ ਕਰਨਾ ਮੇਰੇ ਹਿਸਾਬ ਨਾਲ ਨਹੀਂ ਸੀ ਬਣਦਾ। ਮੈਨੂੰ ਲੱਗਦਾ ਕਿ ਐਸਆਈਟੀ ਕਿਤੇ ਨਾ ਕਿਤੇ ਕਈ ਲੋਕਾਂ ਨੂੰ, ਜਿਹੜੇ ਬਹੁਤ ਪਾਵਰਫੁਲ ਲੋਕ ਨੇ, ਡਾਇਰੈਕਟਲੀ ਔਰ ਇਨਡਾਇਰੈਕਟਲੀ ਮਦਦ ਕਰ ਗਈ। ਮਦਦ ਤਾਂ ਦਿਖਦੀ ਹੈ, ਸਭ ਨੇ ਕੀਤੀ ਹੈ, ਇਹ ਸਰਕਾਰ ਨੇ ਵੀ ਕੀਤੀ ਹੈ। ਕਿਉਂਕਿ ਅਲਟੀਮੇਟਲੀ ਜਿਹਨੂੰ ਆਪਾਂ ਪੋਲੀਟਿਕਸ ਹੁੰਦਾ, ਵੈਸੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਫਰਕ ਪਾਉਣਾ। ਸਾਡੇ ਪੰਜਾਬ ਦੀ ਪੋਲੀਟਿਕਸ ਦਾ ਇਹ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣਾ। ਤੁਸੀਂ ਹੁਣ ਤੁਹਾਡੇ ਕੋਲ ਬਹੁਤ ਵੱਡਾ ਮੁੱਦਾ ਜਿਹਦੇ ਨਾਲ ਲੋਕ ਜੁੜੇ ਹੋਏ ਨੇ, ਇਹ ਇਮੋਸ਼ਨਲ ਹੈ, ਫੰਡਾਮੈਂਟਲ ਹੈ ਪੰਜਾਬ ਦੀ ਧਰਤੀ ਲਈ, ਬੇਅਦਬੀ ਦਾ ਮਾਮਲਾ। ਹੁਣ ਉਹਦੇ ਵਿੱਚ ਇੱਕ ਸਰਕਾਰ ਧਿਆਨ ਦਿਵਾਉਣ ਲਈ ਕੁਛ ਕਰਵਾਉਂਦੀ ਹੈ, ਦੂਜੀ ਸਰਕਾਰ ਆਪਣਾ ਕ੍ਰੈਡਿਟ ਲੈਣ ਲਈ ਉਹਨਾਂ ਨੂੰ ਮੁਜਰਮਾਂ ਨੂੰ ਸਜ਼ਾ ਦੇਣ ਦੀ ਪੂਰੀ ਕੋਸ਼ਿਸ਼ ਕਰਦੀ ਹੈ ਜਾਂ ਐਕਟਿੰਗ ਕਰਦੀ ਹੈ। ਤੀਜਾ ਉਹ ਪੁਲਿਸ ਆਫਿਸਰ ਜਿਹੜਾ ਕਿ ਕਹਿੰਦਾ ਕਿ ਮੈਂ ਕਰ ਦੂੰਗਾ, ਸਰਕਾਰ ਨੂੰ ਵਿਸ਼ਵਾਸ ਦਿਵਾਉਂਦਾ ਹੈ, ਔਰ ਫਿਰ ਇਹੋ ਜਿਹੀ ਚਾਰਜਸ਼ੀਟ ਬਣਾਉਂਦਾ ਕਿ ਕੋਰਟ ਨੂੰ ਰੱਦ ਕਰ ਦਿੰਦਾ। ਹੁਣ ਤੁਸੀਂ ਇਹਦੀ ਪੂਰੀ ਕਹਾਣੀ ਵੀ ਦੇਖ ਸਕਦੇ ਹੋ ਕਿ ਇਹਦਾ ਕਿੰਨਾ ਕਸੂਰ ਹੈ। ਅੱਛਾ, ਇੱਕ ਹੋਰ, ਕਿਉਂਕਿ ਚਲਾਨ ਆ ਉਹ ਇੱਕ ਸਿੰਗਲ ਮੈਨ ਆਪਣੇ ਸਿਗਨੇਚਰ ਕਰਕੇ ਇਲਾਕਾ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਸਕਦਾ, ਪਰ ਕਿਉਂਕਿ ਹਾਈ ਕੋਰਟ ਦੀ ਸੁਪਰਵਾਈਜ਼ਨ ਜੋ ਹੈ, ਇਹ ਵੀ ਜੱਜਮੈਂਟ ਦਾ ਇੱਕ ਪੁਆਇੰਟ ਹੈ ਕਿ ਇੱਕ ਟੀਮ ਸਾਰੇ ਮੈਂਬਰਾਂ ਦੇ ਸਿਗਨੇਚਰ ਹੋਣੇ ਚਾਹੀਦੇ ਸੀ। ਆਬਜੈਕਸ਼ਨ ਪਤਾ ਕੀ ਹੈ ਕਿ ਜਿਹੜੀ ਪੁਲਿਸ ਡਾਇਰੀ ਹੁੰਦੀ ਹੈ, ਚਲਾਨ ਪੁਲਿਸ ਡਾਇਰੀ ਨਹੀਂ ਹੈ। ਪੁਲਿਸ ਇੱਕ ਡਾਇਰੀ ਆਫ ਇਨਵੈਸਟੀਗੇਸ਼ਨ ਹੁੰਦੀ ਹੈ, ਜਿਹਦੇ ਵਿੱਚ ਇੱਕ ਚੀਜ਼ ਜੋ ਹਰ ਰੋਜ਼ ਡੇਲੀ ਕਰਦੇ ਹੋ ਲਿਖਿਆ ਜਾਂਦਾ ਹੈ। ਘੱਟੋ ਘੱਟ ਉਹ 'ਤੇ ਤਾਂ ਸਾਈਨ ਹੋਣੇ ਚਾਹੀਦੇ ਸੀ ਐਸਆਈਟੀ ਦੇ,
ਚਲਾਨ ਤਾਂ ਕੋਈ ਚਲਾਨ ਤਾਂ ਫਾਰਮਲ ਡਾਕੂਮੈਂਟ ਹੈ ਜਿਹੜਾ ਕਿ ਉਹਨਾਂ ਨੂੰ ਕਰਨਾ ਪ੍ਰੂਵ ਕਰਨਾ ਹੈ, ਪਰ ਜਿਹੜਾ ਇਨਵੈਸਟੀਗੇਸ਼ਨ ਤਾਂ ਇੱਕ ਪੁਲਿਸ ਡਾਇਰੀ ਦੇ ਹਿਸਾਬ ਨਾਲ ਚੱਲਦਾ ਹੈ। ਜੱਜ ਸਾਹਿਬ ਨੇ ਰਿਕਾਰਡ ਦੇਖਿਆ ਹੋਣਾ, ਉਹਨਾਂ ਨੇ ਕਹਿੰਦੇ 5 ਮੈਂਬਰਾਂ ਦੀ ਕਮੇਟੀ ਹੈ ਤੇ ਸਵਾਏ 2 ਦੇ ਬਾਕੀ ਦੇ ਸਾਈਨ ਹੀ ਨਹੀਂ ਹੈ। ਫਿਰ ਉਹ ਪਬਲਿਕਲੀ ਅਪੋਜ਼ ਕਰਦੇ ਆ ਕਿ ਇਹ ਮੈਂਬਰ ਹੀ ਹੈ, ਇਹ ਡੀ ਫੈਕਟੋ ਚੇਅਰਮੈਨ ਬਣ ਗਿਆ ਹੈ। ਫਿਰ ਇਹਨੂੰ ਸਰਕਾਰ ਬਣਾ ਦਿੰਦੀ ਐਕਚੁਅਲ ਚੇਅਰਮੈਨ, ਉਸ ਦੇ ਬਾਵਜੂਦ ਵੀ ਕਮੇਟੀ ਨਾਲ ਨਹੀਂ ਚੱਲਦੀ। ਸੋ ਹੁਣ ਥਿਊਰੀ ਵੀ ਤਾਂ ਇਹੀ ਹੈ ਕਿ ਜੇ ਤੁਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ ਤੇ ਘੱਟੋ ਘੱਟ ਉਹਨਾਂ ਦਾ ਕੰਸੈਂਟ ਤਾਂ ਚਾਹੀਦਾ ਹੀ ਹੈ। ਜੇ ਓਬਜੈਕਸ਼ਨ ਹੈ ਤਾਂ ਉਹਨਾਂ ਦਾ ਓਬਜੈਕਸ਼ਨ ਚਾਹੀਦੇ ਹੈ। ਘੱਟੋ ਘੱਟ ਟੀਮ ਨੂੰ ਪਤਾ ਲੱਗੇ ਕੀ ਹੋ ਰਿਹਾ ਤਾਂ ਕਿ ਜਾਂ ਉਹ ਕੰਸੈਂਟ ਦੇ ਸਕਣ ਜਾਂ ਡਾਇਸੈਂਟ ਦੇ ਸਕਣ। ਟੀਮ ਤਾਂ ਨੋਟੀਫਾਈ ਹੋਈ ਹੋਗੀ ਨਾ, ਇਹਦਾ ਮਤਲਬ ਟੀਮ ਕੋਲ ਇਹ ਡਾਕੂਮੈਂਟ ਪਹੁੰਚੇ ਨਹੀਂ ਜਾਂ ਪੂਰੀ ਰਿਪੋਰਟ ਪਹੁੰਚੀ ਨਹੀਂ। ਇਹ ਮੈਂ ਤਾਂ ਕਹਿੰਦਾ ਫਿਰ ਵੀ ਇਹ ਗਰਾਊਂਡ ਨਹੀਂ ਸੀ ਇਹਨੂੰ ਖਤਮ ਕਰਨ ਦਾ, ਫਿਰ ਵੀ ਇਹ ਗਰਾਊਂਡ ਨਹੀਂ ਸੀ। ਮਗਰ ਤੁਸੀਂ ਬਹੁਤ ਵੱਡਾ ਮੌਕਾ ਤਾਂ ਦੇ ਦਿੱਤਾ ਕੋਰਟ ਨੂੰ ਇੰਟਰਵੀਨ ਕਰਨ ਦਾ, ਕਿਉਂਕਿ ਅਲਟੀਮੇਟਲੀ ਸੁਪਰੀਮ ਕੋਰਟ ਡਿਸਾਈਡ ਕਰੇਗੀ ਕਿ ਹੋ ਸਕਦਾ ਸੀ ਨਹੀਂ ਹੋ ਸਕਦਾ ਸੀ, ਪਰ ਤੁਸੀਂ ਐਡਾ ਵੱਡਾ ਲਕੂਨਾ ਛੱਡ ਕਿਵੇਂ ਗਏ? ਸਰ ਇੱਕ ਹੋਰ ਸਵਾਲ ਕਿ ਹੁਣ ਕਿਉਂਕਿ ਜਿਸ ਹਿਸਾਬ ਦੇ ਨਾਲ ਜੱਜਮੈਂਟ ਆਈ ਆ ਔਰ ਕੁੰਵਰ ਵਿਜੇ ਪ੍ਰਤਾਪ ਨੌਕਰੀ ਛੱਡ ਚੁੱਕੇ ਨੇ, ਸਰਕਾਰ ਇਸ ਗਰਾਊਂਡ ਤੇ ਟੈਕਨੀਕਲ ਗਰਾਊਂਡ ਤੇ ਸੁਪਰੀਮ ਕੋਰਟ ਜਾ ਸਕਦੀ ਕਿ ਨਹੀਂ? ਹੁਣ ਉਹਨੂੰ ਨਵੀਂ SIT ਬਣਾਉਣੀ ਪਏਗੀ ਜੀ। ਨਹੀਂ, ਸਰਕਾਰ ਨੂੰ ਚੈਲੰਜ ਕਰਨਾ ਚਾਹੀਦਾ, ਮੇਰੇ ਹਿਸਾਬ ਨਾਲ ਜਾਏਗੀ ਵੀ, ਕਿਉਂਕਿ ਸਰਕਾਰ ਦਾ ਕੰਮ ਤਾਂ ਚੀਜ਼ਾਂ ਨੂੰ ਉਲਝਾਉਣਾ ਹੈ, ਸੋਲਵ ਤਾਂ ਕਰਨਾ ਨਹੀਂ। ਉਹਨਾਂ ਲਈ ਉਲਝਾਉਣ ਵਾਸਤੇ ਕਿ ਸੁਲਝਾਉਣ ਵਾਸਤੇ ਸਰ ਜਾਏਗੀ? ਹੁਣ ਉਲਝ ਗਿਆ ਮਾਮਲਾ, ਇਹਨੂੰ ਸੋਲਵ ਕਰਨ ਲਈ ਵੀ ਜਾਣਾ ਪਏਗਾ। ਵੈਸੇ ਤਾਂ ਸੁਪਰੀਮ ਕੋਰਟ ਕਹਿ ਸਕਦਾ ਕਿ ਤੁਹਾਨੂੰ ਅਲਟੀਮੇਟਲੀ ਕਿਹਾ ਕੀ ਹੈ, ਇੱਕ ਹੋਰ ਕਮੇਟੀ ਬਣਾ ਦਿਓ, ਮੈਕਸਿਮਮ 6 ਮਹੀਨੇ ਦੀ ਤੁਸੀਂ ਰਿਪੋਰਟ ਦੇਣੀ ਹੈ। 6 ਮਹੀਨੇ ਡਿਲੇ ਹੋਇਆ ਨਾ, ਇਹ 'ਚ ਕੋਈ ਵੱਡੀ ਗੱਲ ਨਹੀਂ ਹੈ, ਤੁਸੀਂ ਕਰਾ ਦਿਓ। ਮਗਰ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਹੈਰਾਨੀ ਹੋਏਗੀ ਕਿ ਸਰਕਾਰ ਨੂੰ 3 ਅਫਸਰਾਂ ਨਹੀਂ ਲੱਭਣਗੇ ਜਿੱਤੇ ਉਹ ਟਰਸਟ ਕਰ ਸਕਣ, ਜਾਂ ਜਿਹਦੇ ਲਾਇਲਟੀ ਦੇਖਦੇ ਨਾ ਅੱਜ ਕੱਲ੍ਹ, ਉਹ ਕੰਪੀਟੈਂਸ ਨਹੀਂ ਦੇਖਦੇ, ਲਾਇਲਟੀ ਦੇਖਦੇ। ਕੋਈ ਕੰਪੀਟੈਂਟ ਅਫਸਰ ਤਾਂ ਸੱਚਾਈ ਲੱਭੇਗਾ, ਲਾਇਲ ਅਫਸਰ ਸਰਕਾਰ ਦੇ ਮੁਤਾਬਿਕ ਐਵੀਡੈਂਸ ਨੂੰ ਟਵਿਸਟ ਕਰੇਗਾ। ਇਹ ਬੜਾ ਵੱਡਾ ਐਲੀਗੇਸ਼ਨ ਜਜਮੈਂਟ ਵਿੱਚ ਆਇਆ ਕਿ ਇਹਨਾਂ ਨੇ ਆਪਣੇ ਐਵੀਡੈਂਸ ਟਵਿਸਟ ਕਰਵਾਏ ਗਵਾਹਾਂ ਤੋਂ, ਗਵਾਹਾਂ ਨੂੰ ਡਰਾਇਆ ਧਮਕਾਇਆ, ਉਹਨਾਂ ਦੇ 161 ਸਟੇਟਮੈਂਟ ਚੇਂਜ ਕਰਵਾਈਆਂ, ਜੋ ਪਹਿਲਾਂ ਦਿੱਤੀਆਂ ਸੀ ਉਹਨਾਂ 'ਚ ਕੁਝ ਸਿਗਨੀਫਿਕੈਂਟ ਓਮਿਸ਼ਨ ਕਰਾਈਆਂ। ਇਹ ਬੜੇ ਵੱਡੇ ਐਲੀਗੇਸ਼ਨ ਹੈ। ਜੱਜ ਸਾਹਿਬ ਨੇ ਰਿਕਾਰਡ ਦੇਖੇ ਹੋ ਕਿ ਤਾਂ ਹੀ ਲਿਖਿਆ ਹੋਏਗਾ, ਪਰ ਜੇ ਗਲਤ ਹੈ ਤਾਂ ਇੰਟਰਫੇਰੈਂਸ ਕਰਨੀ ਚਾਹੀਦੀ ਹੈ। ਬਟ ਈਦਰ ਕੇਸ ਸਰਕਾਰ ਨੂੰ ਚਾਹੀਦਾ ਕਿ ਜੇ ਉਹ ਵਾਕਈ ਚਾਹੁੰਦੀ ਹੈ ਕੇਸ ਅੱਗੇ ਵਧੇ ਤਾਂ ਇਹ ਉਲਝਾਏ ਨਾ, ਫਟਾਫਟ ਇੱਕ ਨਈ SIT ਕਰਕੇ ਦੁਬਾਰਾ ਫਿਰ ਚਲਾਨ ਪੇਸ਼ ਕਰ ਦੇਣ। ਸਿਰਫ ਹੋਰ ਕਿਉਂਕਿ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜੇ ਇੱਕ CM ਸਟੇਟ ਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਆਪਣੇ ਸਬੋਰਡੀਨੇਟ ਨੂੰ ਫੋਨ ਕਰਦਾ ਜਾਂ ਹੋਮ DGP ਨੂੰ ਕਰਦਾ, ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਰਦਾ, ਇਦਾਂ ਦੇ ਦੇਸ਼ ਦੇ ਅੰਦਰ ਵਾਰਦਾਤਾਂ ਹੁੰਦੀਆਂ, ਫਿਰ ਤੇ ਸਾਰੇ CM ਗਿਲਟੀ ਹੋ ਜਾਣਗੇ ਜੀ। ਬਿਲਕੁਲ ਠੀਕ ਹੈ, ਉਹ ਬੜਾ ਫਾਰ ਫੈਚਡ ਹੈ। ਇਹ ਕਹਿੰਦਾ ਕਿ ਕਿਉਂਕਿ ਕਾਲ ਡਿਟੇਲਸ ਆ ਗਈਆਂ ਜਿੱਥੇ ਪ੍ਰਕਾਸ਼ ਸਿੰਘ ਬਾਦਲ ਜਾਂ ਡਿਪਟੀ ਚੀਫ ਮਿਨਿਸਟਰ ਜਾਂ DGP ਆਪਣੇ ਅਫਸਰਾਂ ਨਾਲ ਗੱਲ ਕਰਦੇ ਜਾਂ ਇੱਕ ਦੂਜੇ ਨਾਲ ਗੱਲ ਕਰਦੇ ਨੇ, ਉੱਥੋਂ ਇਹ ਇਨਫਰੈਂਸ ਨਹੀਂ ਕੱਢਿਆ ਜਾ ਸਕਦਾ ਕਿ ਉਹ ਆਰਡਰ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਜੁਰਿਸਡਿਕਸ਼ਨ ਨਹੀਂ ਹੈ। ਜੁਰਿਸਡਿਕਸ਼ਨ ਤਾਂ ਮੌਕੇ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਦਾ ਹੈ, ਉਹਨੇ ਅਸੈਸ ਕਰਨਾ ਹੈ। ਪਰ ਇਹ ਵੀ ਸੱਚਾਈ ਹੈ ਕਿ ਇਦਾਂ ਦੇ ਮਾਮਲੇ ਚੀਫ ਮਿਨਿਸਟਰ ਤੱਕ ਮਾਮਲਾ ਜ਼ਰੂਰ ਪਹੁੰਚਦਾ ਹੈ। ਜਿੱਥੇ ਇੰਨਾ ਸੈਂਸਿਟਿਵ ਮਾਮਲਾ ਹੋਵੇ, ਜਿੱਥੇ ਕਰਾਊਡ ਇਕੱਠਾ ਹੋਵੇ, ਉੱਥੇ ਆਰਡੀਨਰਲੀ ਕੋਈ ਮੈਜਿਸਟ੍ਰੇਟ ਦੀ ਇੰਨੀ ਹਿੰਮਤ ਕਿ ਆਪਣੇ ਬਲਬੂਤੇ ਤੇ ਆਰਡਰ ਕਰਦੇ। ਸਾਰੇ ਜਾਣਦੇ ਨੇ, ਇਹ ਵੀ ਕਲੀਅਰਲੀ ਜਾਣਦੇ ਕਿ ਚੀਫ ਮਿਨਿਸਟਰ ਪੂਰਾ ਮੌਕੇ ਤੋਂ ਇੱਕ ਮਿੰਟ ਦੀ ਇੱਕ ਸੈਕਿੰਡ ਦੀ ਇਨਫੋਰਮੇਸ਼ਨ ਪਹੁੰਚਦੀ ਹੋਏਗੀ। ਇਹ ਵੀ ਪੱਕਾ ਹੈ ਕਿ DGP ਕੋਲ ਇਨਫੋਰਮੇਸ਼ਨ ਹੋਏਗੀ, ਇਹ ਵੀ ਹੋਮ ਮਿਨਿਸਟਰ ਕੋਲ ਇਨਫੋਰਮੇਸ਼ਨ ਹੋਏਗੀ। ਮਗਰ ਇਸ ਕਨਵਰਜ਼ੇਸ਼ਨ ਤਾਂ ਉਹਨਾਂ ਕੋਲ ਹੈ ਨਹੀਂ। ਇਹ ਸਿਰਫ ਕਾਲ ਡਿਟੇਲਸ ਦੇ ਬੇਸ ਤੇ ਤੁਸੀਂ ਕਹਿਣਾ ਕਿ ਉਹ ਗਿਲਟੀ ਹੈ, ਬਹੁਤ ਵੱਡੀ ਛਲਾਂਗ ਹੈ। ਤੇ ਜੱਜ ਸਾਹਿਬ ਨੇ ਵਾਕਈ ਉਹਨੂੰ ਬਿਲਕੁਲ ਕ੍ਰਸ਼ ਹੀ ਕਰਤਾ ਉਹ ਪਾਰਟ। SIT ਦੀ ਜਿਹੜੀ ਇਨਵੈਸਟੀਗੇਸ਼ਨ ਤੁਹਾਨੂੰ ਲੱਗਦਾ ਕਾਫੀ ਹਾਈਪੋਥੈਟੀਕਲ ਸੀ? ਨਹੀਂ, ਮੇਰੇ ਕੋਲ ਹੁਣ ਪੂਰੀ ਇਨਵੈਸਟੀਗੇਸ਼ਨ ਦੇ ਅਸੀਂ ਤਾਂ ਪੁਲਿਸ ਡਾਇਰੀ ਦੇਖੀ ਨਹੀਂ, ਪੂਰੀ ਇਨਵੈਸਟੀਗੇਸ਼ਨ ਦਾ ਮਟੀਰੀਅਲ ਹਲੇ ਆਇਆ ਨਹੀਂ, ਕੋਰਟ ਵਿੱਚ ਹਲੇ ਸਾਬਤ ਹੋਣਾ ਹੈ। ਸੋ ਇਸ ਗੱਲ ਤੇ ਨਾ ਹੀ ਤਾਂ ਮੈਂ ਪੋਜ਼ਿਟਿਵ ਕਹਿ ਸਕਦਾ ਕਿ ਬਹੁਤ ਚੰਗੀ ਕੀਤੀ, ਨਾ ਹੀ ਮੈਂ ਕਹਿ ਸਕਦਾ, ਬਟ ਸਰਟਨਲੀ ਜਿਹੜੇ ਲਕੂਨੇ ਕੋਰਟ ਨੇ ਲੱਭੇ ਹੈ ਉਹਨਾਂ ਵਿੱਚ ਵੀ ਇੰਨਾ ਤਾਂ ਦਮ ਜ਼ਰੂਰ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਦਾ ਲੈਵਲ ਅਸੀਂ ਐਕਸਪੈਕਟ ਕਰਦੇ ਸੀ ਕਿ ਸਟੇਟ ਦਾ ਸਭ ਤੋਂ ਇੰਪੋਰਟੈਂਟ ਕੇਸ ਹੈ, ਲੋਕਾਂ ਦੇ ਦਿਲਾਂ ਨਾਲ ਜੁੜਿਆ ਕੇਸ ਹੈ, ਉਹਦੀ ਘੱਟੋ ਘੱਟ ਤੁਸੀਂ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰਦੇ ਕਿ ਜਿਹੜਾ ਮਰਜ਼ੀ ਐਗਜ਼ਾਮਿਨ ਕਰਦਾ ਉਹ ਉਹਦੇ 'ਚ ਇੱਦਾਂ ਦੇ ਕੋਈ ਲਕੂਨਾ ਨਾ ਲੱਭ ਸਕਦਾ। ਸਿਆਣੇ ਤਾਂ ਹੀ ਕਹਿ ਕੇ ਸਰ ਵੱਡੇ ਤੋਂ ਵੱਡਾ ਤਾਰੂ ਉਹ ਵੀ ਡੁੱਬ ਜਾਂਦਾ ਹੈਗਾ ਜੀ। ਜੇ ਉਹ ਡੁੱਬਣਾ ਚਾਹੁੰਦਾ ਹੋਵੇ ਤਾਂ ਕੋਈ ਬਚਾ ਨਹੀਂ ਸਕਦਾ। ਇੱਕ ਹੋਰ ਆਖਰੀ ਸਵਾਲ ਹੈ ਸਰ, HS ਫੂਲਕਾ ਸਾਹਿਬ ਦਾ ਵੀ ਜ਼ਿਕਰ ਕੀਤਾ, ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇੰਟਰਵਿਊ ਦੇ ਕੇ ਤੁਹਾਡਾ ਵੀ ਜ਼ਿਕਰ ਕੀਤਾ ਹੈਗਾ।
ਮੇਰਾ ਨਾਮ ਤਾਂ ਨਹੀਂ ਲਿਆ ਉਹਨਾਂ ਨੇ। ਆ ਗਿਆ ਨਾਮ ਤੁਹਾਡਾ ਜੀ, ਆ ਗਿਆ। HS ਫੂਲਕਾ ਸਾਹਿਬ ਕਿਸ ਸਾਡੇ ਕਿਸ ਕਿਸ ਲੈਵਲ ਤੇ ਆ ਕੇ ਮਦਦ ਕਰਦੇ ਹੋ, ਔਰ ਤੁਸੀਂ ਤਾਂ ਆਲਰੇਡੀ ਪੀੜਤਾਂ ਵੱਲੋਂ ਕੇਸ ਲੜ ਰਹੇ ਜੀ। ਇਸ ਗਿਲ ਦੇ ਟਾਈਮ ਤੋਂ ਸਾਨੂੰ ਪੁਲਿਸ ਅਫਸਰ ਦਾ ਕਹਿੰਦੇ ਹੀ ਹੈ, ਕਿਉਂਕਿ ਇੱਕ ਵਾਰ ਤਾਂ ਕੋਰਟ ਵਿੱਚ ਹੀ ਕਹਿਤਾ ਸੀ ਐਡਵੋਕੇਟ ਜਨਰਲ ਨੇ ਕਿ ਜੀ ਹਰ ਕੇਸ ਤੇ ਜਿਹੜਾ ਵੀ ਕੇਸ, ਇਹ ਐਡਵੋਕੇਟ ਜਨਰਲ ਨਹੀਂ ਉਹਨਾਂ ਦੇ ਰਿਪਰੈਜ਼ੈਂਟੇਟਿਵ, ਨਾਟ ਪਰਸਨਲੀ, ਤੇ ਕਿ ਜੀ ਬਸ ਇਹ ਜਿਹੜਾ ਵੀ ਕੇਸ ਕਰਦੇ ਪੰਜਾਬ ਸਰਕਾਰ ਦੇ ਇਹਨਾਂ ਤਾਂ ਕਸਮ ਹੀ ਖਾਧੀ ਹੈ ਕਿ ਸਰਕਾਰ ਦੇ ਖਿਲਾਫ ਹੁੰਦੇ। ਤੋ ਅਸੀਂ ਵੀ ਹੱਸਣ ਲੱਗ ਪਏ, ਕੋਰਟ ਵੀ ਹੱਸਣ ਲੱਗ ਪਿਆ। ਤਾਂ ਮੈਂ ਵੀ ਕਹਾਂਗੀ ਜੀ ਕੀ ਕਰੋ, ਦੱਸੋ ਕਿਹੜੇ ਕੇਸ ਵਿੱਚ ਸਰਕਾਰ ਗਲਤ ਨਹੀਂ ਹੁੰਦੀ। ਗਲਤੀਆਂ ਕਰਦੀ ਹੈ ਤਾਂ ਬੰਦਾ ਕੇਸ ਕਰਦਾ ਹੈ, ਗਲਤੀਆਂ ਕਰਦੀ ਹੈ ਤਾਂ ਫਸਦਾ ਤਾਂ ਕੋਈ ਜਜਮੈਂਟ ਆਉਂਦੀ ਹੈ। ਤਾਂ ਉਸ ਹਿਸਾਬ ਨਾਲ ਠੀਕ ਹੈ ਕਿ ਪੁਲਿਸ ਆਫਿਸਰ ਮੇਰੇ ਖਿਲਾਫ ਹਮੇਸ਼ਾ ਹੀ ਬੋਲਦੇ ਰਹੇ ਨੇ, ਅਸੀਂ ਆਪ ਉਹਨਾਂ ਦੇ ਖਿਲਾਫ ਬੋਲਦੇ ਰਹੇ ਨੇ, ਲਿਟੀਗੇਸ਼ਨ ਕਰਦੇ ਰਹੇ ਨੇ। ਸੋ ਕੋਈ ਇਹਦੇ 'ਚ ਕੀ ਫਰਕ ਪੈਂਦਾ, ਬਟ ਇਹਦੇ 'ਚ ਥੋੜ੍ਹਾ ਅਜੀਬ ਲੱਗਦਾ ਕਿਉਂਕਿ ਮੈਂ ਉਹਨਾਂ ਦਾ ਵਕੀਲ ਨਹੀਂ ਹੈ। ਮੈਂ ਜੇ ਕੁੰਵਰ ਵਿਜੇ ਪ੍ਰਤਾਪ ਮੈਨੂੰ ਵਕਾਲਤਾਵਾ ਦੇ ਕੇ ਜਾਂਦੇ, ਮੈਨੂੰ ਰਿਕਾਰਡ ਦਿਖਾਉਂਦੇ, ਫਿਰ ਤਾਂ ਸਮਝ ਆਉਂਦਾ। ਉਹ ਮੈਨੂੰ ਕਹਿ ਸਕਦੇ ਸੀ ਕਿ ਮੈਂ ਉਹਨਾਂ ਨੂੰ ਕਿਉਂ ਵੇਟ ਕਰਾਇਆ, ਉਹਨਾਂ ਨੂੰ ਚਪੜਾਸੀ ਬਣਾਏ ਰੱਖਿਆ, ਮਗਰ ਮੇਰਾ ਵਕੀਲ ਨਹੀਂ ਹੈ, ਮੈਨੂੰ ਕੋਈ ਫੂਲਕਾ ਸਾਹਿਬ ਨੇ ਦਿੱਤਾ ਨਹੀਂ ਹੈ। ਇਹਨਾਂ ਵਿੱਚ 2 ਵਿਕਟਮ ਜਿਹਨਾਂ ਦੇ ਰਿਸ਼ਤੇਦਾਰ ਮਰ ਗਏ ਸੀ, ਉਹਨਾਂ ਦਾ ਰਿਟ ਅਸੀਂ 2016 ਵਿੱਚ ਹੀ ਕਰਤੇ ਸੀ, ਜ਼ੋਰਾ ਸਿੰਘ ਕਮਿਸ਼ਨ ਤੋਂ ਬਾਅਦ, ਕਿਉਂਕਿ ਅਸੀਂ ਉਹ ਰਿਟ 2019 ਡਿਸਾਈਡ ਹੋ ਗਏ ਸੀ ਸਾਡੇ ਹੱਕ ਵਿੱਚ। ਇਹਦੇ ਵਿੱਚ ਵੀ ਜੋ ਇਹਨਾਂ ਨੂੰ ਕਮਿਸ਼ਨ, ਅਜੀਤ ਸਿੰਘ ਨੇ ਕਮਿਸ਼ਨ ਨੇ ਪ੍ਰੋਮਿਸ ਕੀਤਾ ਸੀ ਉਹ ਮਿਲ ਚੁੱਕਾ ਸੀ, ਕੰਪਨਸੇਸ਼ਨ ਮਿਲ ਚੁੱਕੀ ਸੀ, ਨੌਕਰੀਆਂ ਮਿਲ ਚੁੱਕੀਆਂ ਸੀ। ਸੋ ਜਿਹੜਾ ਸਭ ਤੋਂ ਅਹਿਮ ਪਾਰਟ ਸੀ ਵਿਕਟਮ ਦੇ ਹਿਸਾਬ ਨਾਲ, ਉਹ ਸਾਡਾ ਕੰਪਲਾਈ ਹੋ ਚੁੱਕਾ ਸੀ। ਮਗਰ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਸਾਡਾ ਵੀ ਇੰਟਰਸਟ ਸੀ ਕਿ ਫੇਅਰ ਹੋਵੇ। ਮਤਲਬ ਕੁੰਵਰ ਵਿਜੇ ਪ੍ਰਤਾਪ ਟੋਲੀ ਮਾਰੇ ਹੁਣ ਜੀ, ਪਤਾ ਨਹੀਂ, ਮਤਲਬ ਕਿ ਮੈਂ ਜਿੱਦਾਂ ਡਾਇਵਰਟ ਕਰਨਾ ਪਤਾ ਨਹੀਂ ਕਿੰਨਾ ਉਹਨਾਂ ਨੇ, ਕਿਉਂਕਿ ਉਹਨਾਂ ਨੇ ਹਰ ਚੀਜ਼ ਤੇ ਉਂਗਲੀ ਉਠਾਈ ਹੈ। ਉਹਨਾਂ ਨੇ ਇਨਡਾਇਰੈਕਟਲੀ ਤਾਂ ਜੱਜ ਸਾਹਿਬ ਤੇ ਵੀ ਕੀਤੀ ਹੈ, ਇਨਡਾਇਰੈਕਟਲੀ AG ਤੇ ਵੀ ਕੀਤੀ ਹੈ, ਇਨਡਾਇਰੈਕਟਲੀ ਆਪਣੇ ਲਾਇਰਸ ਤੇ ਵੀ ਕੀਤੀ ਹੈ, ਇਨਡਾਇਰੈਕਟਲੀ ਕੰਪਲੇਨੈਂਟ ਲਾਇਰ ਤੇ ਵੀ ਕੀਤੀ ਹੈ, ਔਰ ਇਨਡਾਇਰੈਕਟਲੀ ਉਹਨਾਂ ਤੇ ਵੀ ਕੀਤੀ ਜਿਨ੍ਹਾਂ ਦਾ ਕੋਈ ਉਹ ਵਕੀਲ ਹੀ ਨਹੀਂ ਸੀ ਕੇਸ ਤੇ। ਸੋ ਇਸ ਕਰਕੇ ਲੱਗਦਾ ਕਿ ਸਾਰੀ ਜਿਹੜਾ ਸਾਰਾ ਜਜਮੈਂਟ ਨੂੰ ਪ੍ਰੀਐਮਪਟ ਕਰਨ ਲਈ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਜਮੈਂਟ ਆ ਰਹੀ ਹੈ, ਜਿੱਥੇ ਉਹਨਾਂ ਦਾ ਕੰਡਕਟ ਬਾਕੀ ਬਰੀਕਲੀ ਲਿਖਿਆ ਜਾਏਗਾ। ਔਰ ਵਾਕਈ ਸਾਰਾ ਜਿਹੜੀ ਜਜਮੈਂਟ ਦੇਖਿਆ ਤਾਂ ਜੇ ਇੱਕ ਪੁਆਇੰਟ ਤੇ ਸਾਰਾ ਕੁਝ ਉਹਨਾਂ ਦੇ ਖਿਲਾਫ ਹੀ ਹੈ, ਕਿਸੇ ਹੋਰ ਦੇ ਖਿਲਾਫ ਨਹੀਂ ਹੈ। ਉਹ ਨਹੀਂ ਜੱਜ ਕਹਿ ਰਿਹਾ ਕਿ ਕੰਪਲੇਨੈਂਟ ਝੂਠਾ ਹੈ, ਉਹ ਇਹ ਨਹੀਂ ਕਹਿ ਰਿਹਾ ਕਿ ਕੁਝ ਹੋਰ ਹੈ, ਉਹ ਬੇਸਿਕਲੀ ਕਹਿ ਰਿਹਾ ਹੈ ਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਨਵੈਸਟੀਗੇਸ਼ਨ ਹੈ ਉਹ ਓਨੈਸਟਲੀ ਨਹੀਂ ਕੀਤੀ ਗਈ। ਤਾਂ ਇਹ ਬੜਾ ਵੱਡਾ ਫਾਈਂਡਿੰਗ ਹੈ ਉਹਨਾਂ ਦੇ ਖਿਲਾਫ। ਇਹੋ ਚੀਜ਼ ਦਿਲ ਨੂੰ ਲੱਗ ਗਈ। ਹਾਂ, ਆਈ ਥਿੰਕ ਇਹੀ ਦਿਲ ਨੂੰ ਲੱਗ ਗਿਆ। ਬਹੁਤ ਮਿਹਰਬਾਨੀ ਸਨ। ਇਹ ਸਨ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ। ਜਿੱਥੋਂ ਤੱਕ ਕੋਟਕਪੂਰੇ ਫਾਇਰਿੰਗ ਦਾ ਮਸਲਾ, ਉਸ ਮਸਲੇ ਦੇ ਵਿੱਚ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ SIT ਦੀ, ਜਿਹਦੇ 'ਚ ਵਨ ਮੈਨ ਸ਼ੋਅ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨਾਂ ਦੀ ਇਨਵੈਸਟੀਗੇਸ਼ਨ ਦਾ ਚੀਰ ਫਾੜ ਕੀਤਾ, ਨਿਸ਼ਚਿਤ ਤੌਰ ਤੇ ਉਹਨਾਂ ਨੂੰ ਵੀ ਜਵਾਬ ਦੇਣਾ ਪਏਗਾ, ਕਿਉਂਕਿ ਹੁਣ ਕਰੀਬ 99 ਪੇਜ ਦੀ ਜਜਮੈਂਟ ਆ ਚੁੱਕੀ ਹੈ। ਔਰ ਉਸ ਜਜਮੈਂਟ ਨੂੰ ਪੜ੍ਹੀਏ ਤੇ ਬਹੁਤ ਕੁਝ ਲੱਗਦਾ ਹੈਗਾ ਕਿ ਬਹੁਤ ਕੁਝ ਰਹਿ ਗਿਆ, ਔਰ ਬਹੁਤ ਕੁਝ ਲੋਕ ਫਾਇਦਾ ਦਿਵਾਇਆ ਗਿਆ ਬਹੁਤ ਸਾਰੇ ਕੁਝ ਲੋਕਾਂ ਨੂੰ, ਔਰ ਇਹਦੇ 'ਚ ਵੀ ਕੁਝ ਨਾ ਕੁਝ ਜ਼ਰੂਰ ਸਾਜ਼ਿਸ਼ ਹੋਏਗੀ। ਪਰ ਸਵਾਲ ਹੈ ਕਿ ਦੋਸ਼ੀ ਕਦ ਤੱਕ ਬਾਹਰ ਘੁੰਮਣਗੇ ਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਕਦੋਂ ਇਨਸਾਫ ਮਿਲੇਗਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼, ਚੰਡੀਗੜ੍ਹ।